ਵਾਹਿਗੁਰੂ ਜੀ ਕੀ ਫਤਿਹ। ਧਰਮ ਦੀ ਧਿਆਨ ਸਾਧਨਾ ਕਹਿੰਦੇ ਨੇ। ਧਰਮ ਦੀ ਪ੍ਰਾਪਤੀ ਇੱਕ ਅਵਸਥਾ ਦੀ ਪ੍ਰਾਪਤੀ ਹੈ, ਕਿਸੇ ਰੰਗ ਰੂਪ ਦੀ ਨਹੀਂ, ਕਿਸੇ ਵਸਤੂ ਦੀ ਨਹੀਂ। ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਪ੍ਰਭ ਬਿਨ। ਜਦ ਪ੍ਰਭੂ ਦਾ ਰੂਪ ਨਹੀਂ, ਰੰਗ ਨਹੀਂ, ਆਕਾਰ ਨਹੀਂ, तो ਉਹਦੀ ਪ੍ਰਾਪਤੀ ਵੀ ਕੋਈ ਆਕਾਰ, ਰੰਗ ਤੇ ਰੂਪ ਨਹੀਂ ਰੱਖਦੀ। ਧਰਮ ਨੂੰ ਧਿਆਨ ਸਾਧਨਾ ਆਖਦੇ ਨੇ। ਅਗਰ ਧਰਮ ਧਿਆਨ ਸਾਧਨਾ ਹੈ ਤਾਂ ਫਿਰ ਧਿਆਨ ਨੂੰ ਕਿੱਥੇ ਲੈ ਜਾਈਏ, ਕਿਹੜੀ ਜਗ੍ਹਾ ਲੈ ਜਾਈਏ। ਕਹਿੰਦੇ ਨੇ ਧਿਆਨ ਦੀ ਸਫਲਤਾ ਹੀ ਮਨੁੱਖ ਨੂੰ ਭਗਵਾਨ ਦੀ ਪ੍ਰਾਪਤੀ ਕਰਾਉਂਦੀ ਹੈ। ध्यान ਨੂੰ ਕਿੱਥੇ ਲੈ ਜਾਈਏ। ਔਰ ਇਤਨੀ ਗੱਲ ਵੀ ਸਪਸ਼ਟ ਹੈ, ਧਿਆਨ ਵਰਗਾ ਰੱਖਦਾ ਹੈ। ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ, ਆਪਣੇ ਆਪ ਜਾਂਦਾ ਹੈ। ਪਰ ਚੜਾਈਆਂ ਤੇ ਚੜਨਾ ਹੋਵੇ, ਉੱਪਰ ਲੈ ਜਾਣਾ ਹੋਵੇ, ਪਾਣੀ ਉੱਪਰ ਆਪਣੇ ਆਪ ਨਹੀਂ ਜਾਂਦਾ, ਪ੍ਰੈਸ਼ਰ ਦੇਣਾ ਪਏਗਾ, ਕੁਝ ਯਤਨ ਜੁਟਾਣੇ ਪੈਣਗੇ। ਧਿਆਨ ਨੂੰ ਉਰਧ ਗਮਨ ਕਰਨਾ, ਲੇਕਿਨ ਇਸ ਤੋਂ ਪਹਿਲੇ ਧਿਆਨ ਨੂੰ ਆਪਣੇ ਅੰਦਰ ਲੈ ਜਾਣਾ। ਦੋ ਤਰ੍ਹਾਂ ਦੀ ਸਾਧਨਾ ਹੈ। ਸੰਸਾਰ ਦੀ ਸਾਧਨਾ ਦਾ ਮੂਲ ਕੇਂਦਰ ਹੈ ਅਹੰਕਾਰ। ਧਿਆਨ ਬਾਹਰ ਲੈ ਜਾਣਾ, ਬਾਹਰ ਲੈ ਜਾਣਾ। ਹੰਕਾਰ ਨੂੰ ਜੋ ਕੁਝ ਚਾਹੀਦਾ ਹੈ ਉਹ ਸਭ ਕੁਝ ਬਾਹਰ ਹੈ, ਅੰਦਰ ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ। ਹੰਕਾਰ ਨੂੰ ਕੁਝ ਵੀ ਚਾਹੀਦਾ ਹੈ, ਉਹ ਸਭ ਕੁਝ ਬਾਹਰ ਹੈ। ਧਿਆਨ ਨੂੰ ਬਾਹਰ ਲੈ ਜਾਣਾ ਪਏਗਾ। ਨਿਰੰਕਾਰ ਮਨੁੱਖ ਦੇ ਅੰਦਰ ਹੈ। ਘਟ ਹੀ ਮਾਏ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ। ਗੁਰਬਾਣੀ ਰੋਕਦੀ ਹੈ, ਨਿਰੰਜਨ ਦੀ ਖੋਜ ਬਾਹਰ ਨਾ ਕਰੇ। ਕਾਹੇ ਰੇ ਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। फरीदा जंगल जंगल क्या भवे, वण कंढा मोड़े। वसी रब ही आए लिए, जंगल क्या ढूंढे। ध्यान बाहर जाए, इदा केंद्र है अहंकार। ध्यान अंदर जाए तो फिर इसका केंद्र है निरंकार। ध्यान बाहर अपने आप जाता है, अपने आप जाता है। ये ठीक है, बिना अखां तो भी बाहर जाता है। जैसे कोई नेत्रहीन है, ओदा भी ध्यान बाहर जाता है। ध्यान कन्ना तो बिना भी बाहर जाता है। ध्यान गूंगे दा भी बाहर जाता है। लेकिन फिर भी इंद्रियां दे द्वार बाहर दी खुलदे ने। इन्हां नूं 9 दरवाजे कहंदे ने। 9 द्वारे प्रगट की है, 10वां गुप्त रखा है। ये 9 दरवाजे बाहर दी तरफ खुलदे ने, पुल करने पैंदे ने, या पुल होए हुए ने, खुले हुए ने। एक दरवाजा पुश करना पैंदा, उन्हों 10वां द्वार कहते ने, और वो बंद है, वो बंद है। वो सिर्फ ध्यान जैसे अंदर जाए, ध्यान दी चोट नाल खुलदा है, उंज खुलदा ही नहीं। और वो दरवाजा गुप्त है। 9 द्वारे प्रगट की ने 10वां
ਗੁਪਤ ਰਖਾਇਆ। ਫਿਰ ਗੁਰਬਾਣੀ ਕਹਿੰਦੀ ਨੌ ਦਰਵਾਜ਼ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੂਈਜੇ। 9 ਦਰਵਾਜ਼ਿਆਂ 'ਚ ਰਸ ਤੇ ਹੈ, ਪਰ ਹਰ ਰਸ ਬੇਰਸ ਹੋ ਜਾਂਦਾ ਹੈ, ਔਰ ਹਰ ਰਸ ਬਹੁਤਾਤ ਦੇ 'ਚ ਫਿਰ ਜਾ ਕੇ ਰੋਗ ਨੂੰ ਜਨਮ ਦਿੰਦਾ ਹੈ। ਭੋਗੰ ਤਰੋਗੰ। ਇਹ ਜਿਹੜੇ 9 ਦੁਆਰ ਇੰਦਰੀਆਂ ਦੇ ਅੱਖਾਂ ਦੇ ਰਾਹੀਂ ਗਿਆਨ ਭਰ ਜਾਂਦਾ ਹੈ। ਕੁਝ ਵੇਖਿਆ ਤਾਂ ਧਿਆਨ ਗਿਆ, ਕੁਝ ਸੁਣਿਆ ਤਾਂ ਧਿਆਨ ਗਿਆ ਬਾਹਰ। ਬੋਲਣਾ ਵੀ ਧਿਆਨ ਬਾਹਰ ਜਾਂਦਾ ਹੈ। ਬੜੇ ਧਿਆਨ ਨਾਲ ਸੁਣਨਾ, ਬੋਲਣਾ ਪੈਂਦਾ ਦੂਜੇ ਨੂੰ ਸੁਣਾਉਣ ਲੱਗਿਆ, ਤਾਂ ਆਪਣੇ ਧਿਆਨ ਨੂੰ ਦੂਜੇ ਦੇ ਨੇੜੇ ਕਰਨਾ ਪੈਂਦਾ, ਤਾਂ ਹੀ ਸੁਣਾ ਸਕਦਾ, ਤਾਂ ਹੀ ਬੋਲ ਸਕਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਸੁਣਾਉਣ ਲੱਗਿਆ ਦੂਜੇ ਦੇ ਨੇੜੇ ਹੋਣਾ ਪੈਂਦਾ ਹੈ, ਸੁਣਨ ਲੱਗਿਆ ਆਪਣੇ ਨੇੜੇ ਹੋਣੇ ਪੈਂਦੇ। ਜੋ ਆਪਣੇ ਨੇੜੇ ਨਹੀਂ ਸੁਣ ਨਹੀਂ ਸਕੇਗਾ, ਤੇ ਜੇ ਦੂਜਿਆਂ ਦੇ ਨੇੜੇ ਨਹੀਂ ਤੇ ਸੁਣਾ ਵੀ ਨਹੀਂ ਸਕੇਗਾ। ਸੁਣਨ ਤੇ ਸੁਣਾਉਣ ਦੀ ਜਿਹੜੀ ਕਲਾ ਹੈ, ਦੂਜੇ ਦੇ ਨੇੜੇ ਆਪਣੇ ਨੇੜੇ, ਇਸ ਤੇ ਖੜੀ ਹੈ। ਬੜੇ ਧਿਆਨ ਨਾਲ ਸੁਣਨਾ, ਸੁਣਾਣਾ ਹੈ ਤਾਂ ਧਿਆਨ ਤੇ ਦੂਸਰੇ ਤੇ ਹੋਵੇਗਾ, ਤਾਂ ਹੀ ਸੁਣਾਣਾ ਹੈ। ਦੂਸਰੇ ਦੇ ਨੇੜੇ ਹੋਣਾ ਆਸਾਨ ਵੀ ਹੈ, ਆਪਣੇ ਨੇੜੇ ਹੋਣਾ ਬਹੁਤ ਔਖਾ ਹੈ। ਇੰਜ ਕਹਿ ਲੋ ਹਰ ਮਨੁੱਖ ਆਪਣੇ ਤੋਂ ਦੂਰ ਹੈ, ਦੂਰ ਹੈ। ਇੱਕ ਪਤੀ ਦੇ ਨੇੜੇ ਹੈ, ਪਤਨੀ ਬਾਰੇ ਸਭ ਕੁਝ ਜਾਣਦਾ ਹੈ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀਆਂ ਖੂਬੀਆਂ ਨੂੰ ਸਭ ਜਾਣਦਾ ਹੈ। ਆਪਣੇ ਬਾਰੇ ਕੱਖ ਨਹੀਂ ਜਾਣਦਾ, ਕਿਉਂਕਿ ਆਪਣੇ ਤੋਂ ਤਾਂ ਦੂਰ, ਆਪਣੇ ਨੇੜੇ ਹੁੰਦਾ ਹੀ ਨਹੀਂ। ਇੱਕ ਪਤਨੀ ਵੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀਆਂ ਖੂਬੀਆਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਔਗੁਣਾਂ ਨੂੰ, ਉਹਦੇ ਸੁਭਾਅ ਨੂੰ ਬਹੁਤ ਕੁਝ ਜਾਣਦੀ ਹੈ। ਆਪਣੇ ਬਾਰੇ ਕੱਖ ਵੀ ਨਹੀਂ ਜਾਣਦੀ। ਕਿਉਂ? ਪਤੀ ਦੇ ਨੇੜੇ ਹੈ, ਆਪਣੇ ਤੋਂ ਦੂਰ ਹੈ। ਇੱਕ ਮਾਂ ਆਪਣੇ ਬੱਚਿਆਂ ਦੇ ਨੇੜੇ ਹੈ, ਆਪਣੇ ਤੋਂ ਦੂਰ ਹੈ। ਇੱਕ ਭਰਾ ਆਪਣੇ ਭਰਾ ਦੇ ਨੇੜੇ ਹੈ, ਆਪਣੇ ਤੋਂ ਦੂਰ ਹੈ। ਭਰਾ ਬਾਰੇ ਸਭ ਕੁਝ ਜਾਣਦਾ ਹੈ, ਬਹੁਤ ਕੁਝ ਪਤਾ ਹੈ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਆਪਣੇ ਨੇੜੇ ਕਦੀ ਆਉਂਦਾ ਹੀ ਨਹੀਂ। ਇੱਕ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ, ਉਹਦੇ ਸੁਭਾਅ ਨੂੰ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੀਆਂ ਖੂਬੀਆਂ ਨੂੰ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇਹਦਾ ਮਤਲਬ ਹੈ ਦੂਜੇ ਦੇ ਨੇੜੇ ਹੋਣਾ ਬੜਾ ਆਸਾਨ ਹੈ, ਬੜਾ ਆਸਾਨ ਹੈ। ਆਪਣੇ ਨੇੜੇ ਹੋਣਾ ਬੜਾ ਕਠਿਨ ਹੈ। ਇਹਨੂੰ ਮੈਂ ਦੂਜੇ ਰੂਪ ਵਿੱਚ ਬਿਆਨ ਕਰਾਂ, ਦੂਜੇ ਨੂੰ ਸੁਣਾਉਣਾ ਬੜਾ ਆਸਾਨ ਹੈ, ਬੜਾ ਆਸਾਨ ਹੈ। ਖੁਦ ਸੁਣਨਾ ਬੜਾ ਕਠਿਨ ਹੈ, ਔਖਾ ਹੈ। ਮੈਂ ਐਸਾ ਧਾਰਮਿਕ ਜਗਤ ਦੇ ਸਾਰੇ ਸੰਸਾਰ ਦੇ ਵਿੱਚ ਦੇਖਦਾ, ਗੁਰਦੁਆਰਿਆਂ 'ਚ ਦੇਖਦਾ, ਪੰਜਾਬ ਦੇ ਪਿੰਡਾਂ 'ਚ ਉਹ 10-10 ਹੌਰਨ ਲੱਗੇ ਨੇ, ਪਾਠ ਹੋ ਰਿਹਾ ਸੁਖਮਨੀ ਸਾਹਿਬ ਦਾ, ਲੇਕਿਨ ਗੁਰਦੁਆਰੇ ਜਾਓ ਤੇ ਬੰਦਾ ਇੱਕ ਨਹੀਂ ਬੈਠਾ ਤੇ ਹੌਰਨ 10 ਲਾਏ ਹੋਏ ਨੇ। ਤੇ ਪੁੱਛੀਏ ਕਿਉਂ? ਪਿੰਡ ਸੁਣੇ, ਪਰ ਪੁੱਛੀਏ ਉਹਨਾਂ ਲਾਣ ਵਾਲੇ ਨੇ ਤੂੰ ਕਦੀ ਸੁਣੇ? ਤੇਰੀ ਜ਼ਿੰਦਗੀ ਦਿਸਦੀ ਪਈ ਹੈ, ਤੂੰ ਨਹੀਂ ਸੁਣਿਆ। ਜਦ ਤੂੰ ਹੀ ਨਹੀਂ ਸੁਣਿਆ ਤਾਂ ਪਿੰਡ ਕੀ ਖਾਕ ਸੁਣੇਗਾ? ਚੇਸ਼ਟਾ ਹੈ ਹਰ ਮਨੁੱਖ ਦੀ ਦੂਜਾ ਸੁਣੇ, ਕਿਉਂਕਿ ਹਰ ਮਨੁੱਖ ਦੂਜੇ ਦੇ ਨੇੜੇ ਹੈ। ਕਿਉਂਕਿ ਦੂਜੇ ਦੇ ਨੇੜੇ ਹੈ ਇਹਦਾ ਧਿਆਨ, ਤਾਂ ਦੂਜੇ ਨੂੰ ਸੁਣਾਉਣਾ ਵੀ ਚਾਹੁੰਦਾ ਹੈ। ਆਪਣੇ ਨੇੜੇ ਇਸ ਦਾ ਧਿਆਨ ਹੈ ਨਹੀਂ, ਖੁਦ ਸੁਣਨਾ ਵੀ ਨਹੀਂ ਚਾਹੁੰਦਾ। ਲੋਕੀ ਸ਼ੌਕੀਆ ਤੌਰ ਤੇ ਆਪਣੇ ਘਰ ਦੇ ਵਿੱਚ ਅਖੰਡ ਪਾਠ ਰਖਾ ਲੈਂਦੇ ਨੇ,
पर उस कमरे च जाना ही भुल जाते ने, किधरे सुनना ना पै। कौन सुनता है? लड़ियां दियां लड़ चल रही न, खंड पाठ। कहंदा मैं अज 2 सुखमनी साहब दे पाठ कीते ने, गुस्ताखी माफ। अक्सर मैनू कहना पैंदा तेरा चेहरा ते अखां ते दसदियां ने, एक पंक्ति भी अंदर नहीं गई। किनका एक जिस जी बसावे, ताकि महिमा गनी ना आवे। कीटे होने ने 2 पाठ, सुनाण वास्ते कीते होने ने, दिखाण वास्ते कीते होने ने, या ध्यान नूं तू अंदर अपने नेड़े लिया ही नहीं सकिया होवेगा, एवें हवा दे बोल उड़ गए, उड़ गए। सुनाण लग्या दूजे दे नेड़े होना पैंदा है, सुनन लग्या अपने नेड़े। जो अपने नेड़े नहीं है नहीं सुन सकेगा, नहीं सुन सकेगा। एक मनुख उच्ची उच्ची बोल रहा होंदा है, दूजा सुन रहा होंदा है, ते सुनन वाला अचनचेत कह देंदा मित्रा ये गल फिर आख, मैं नहीं सुनी। क्यों नहीं सुनी? मेरा ध्यान दूर चला गया सी, और पासे चला गया सी। सुनना ते ध्यान नहीं होंदा, ध्यान बार ध्यान दूजियां ते। तो धर्म दी साधना नूं कहंदे ने ध्यान साधना। ध्यान धरो तह को मन में, जह को अमितोज सवे जग छायो। गुरु गोबिंद सिंह जी महाराज। ਜਿਹਦਾ तेज प्रताप समूह ब्रह्मंड ਦੇ ਚ व्यापक है, रंग करके नहीं, रूप करके नहीं, आकार करके नहीं। रूप न रेख न रंग किछ, त्रिह गुण ते प्रभ बिन। ईश्वर नो प्रथम समझना ते जुड़ना इस वास्ते कठिन है। रूप नाल जुड़ना आसान है, रंग नाल जुड़ना आसान है, आकार नाल जुड़ना आसान है, पर रूप न रेख न रंग किछ है ही नहीं। चक्र चैन अर बरन जात अर पात न हिंजे, रूप रंग अर रेख वेख को कह न सकत खे। सारा रूप उस तो आउंदा है, किस तो? जिहदा कोई रूप नहीं। सारे रंग उस तो आउंदे ने, किस तो? जिहदा कोई रंग नहीं। सारे आकार उस तो आउंदे ने, किस तो? जिहदा कोई आकार नहीं। जिस आकार तो आकार आउंदा है ਉਹਨੂੰ ਸਮਝਣਾ, ਉਹਨੂੰ ਵਿਗਿਆਨ ਕਹਿੰਦੇ ਨੇ, ਸਾਇੰਸ ਕਹਿੰਦੇ ਨੇ। ਪਰ ਸਾਰਾ ਆਕਾਰ ਜਿਸ ਨਿਰਾਕਾਰ ਤੋਂ ਆਉਂਦਾ ਹੈ ਉਸ ਨੂੰ ਸਮਝਣਾ ਬ੍ਰਹਮ ਗਿਆਨ ਕਹਿੰਦੇ ਨੇ, ਈਸ਼ਵਰੀ ਗਿਆਨ ਕਹਿੰਦੇ ਨੇ। ऐसे की विचार बदल गए कि इस युग नूं कलयुग कहना पिया। धन गुरु नानक देव जी महाराज ने कहा बदलिया ते कुछ भी नहीं। फिर किवें कहंदे हो? युग बदल गए, कलयुग है। तो उस वक्त दे तार्किक लोगों ने सतगुरु नूं कहा तो थोड़े कहे मुताबक मन लईए, युग नहीं बदलिया। महाराज कहते हैं बदले बदले, पर जिस ढंग नाल तुसी तब्दीली मनदे हो उस ढंग नाल नहीं। ना सूरज बदलदा है, ना जमीन बदलदी है, ना आसमान बदलदा है, ना ग्रह नक्षत्र तारे बदलदे ने। मनुख दे विचार बदल जांदे ने, सोचण दा ढंग बदल जांदा है, रहन सहन बदल जांदा है, तर्जे जिंदगी बदल जांदी है, युग बदल जांदा है। यह युग दी तब्दीली। तो महाराज ऐसे की विचार बदले ने कि इस युग नूं कलयुग कहना पिया। महाराज कहते जे को सत करे सो छीजे, तप घर तप ना होई। सत दे अर्थ शब्द दी चाल दे मुताबक होंदे ने,
और सत शब्द अपने विच बहुत सारे अर्थ छुपाई बैठा है। सत सच, सत सदैवी, सत कायम दायम, सत उच्चा आचरण, सत परोपकारी बिरते। महाराज कहते जे को सत करे, कोई इखलाक धारण करे, परोपकार करना चाहे और करे, नेक बनन दा यतन करे, सो छिज जाएगा, नहीं रह सकेगा, नहीं रह सकेगा। ये भी मैं अर्ज कर दिया। जे को सत करे सो छीजे, तप घर तप ना होए। तपीश्वर तो तप नहीं होएगा, नहीं कर सकेगा। धर्म की साधना ते जप तप ते खड़ी है। तप तपश नूं कहंदे ने, जप तप, जप दा तप, जप दी तपश, जप दी अग्नि। जप दी अग्नि नूं पतंजलि ने योगा अगन कहा, कबीर ने ब्रह्म अगन कहा। ब्रह्म अगन सहजे पर जाली, एके चोट सिधाया। भगत कबीर ब्रह्म अग्नि। गुरमत इसनों नाम अगन कहती है। पतंजलि जिन्हें योग मत नूं जन्म दिता ते 6 शास्त्रां दे च योग शास्त्र दा वो लिखारी है, वो इसनों योगा अगन कहता है। मूल रूप दे योगियां दे और भारत दे बोधियां, जैनियां, सनातनियां ते सिखां दे जो व्यापक रूप दे शब्द प्रचलित है, जप तप, जप तप, जप दी तपश, जप दी अग्नि। अग दा काम की है? जलाना, साड़ना। अग दे कुछ भी पाओ जल जाएगा, राख हो जाएगा, खाक हो जाएगा। अगर जप एक अग्नि है, ब्रह्म एक अग्नि है, योगा एक अग्नि है, नाम एक अग्नि है, इहदे च की जलदा है? जलदा है इहदे च भी, इहदे च औगण जल जांदे ने। इहदे च जन्मां जन्मांतरां दे पतत संस्कार जल जांदे ने। इहदे जन्मां जन्मांतरां दे कीते होए गुनाहां दी छाप जल जांदी है। नाम दी अगन, जप दी तपश, ब्रह्म दी अगन, योगा अगन जैसे प्रज्वलित होंदी है, जन्मां जन्मांतरां दे गुनाह जल जांदे, रहिंदे ही नहीं। उदों मनुख नूं पता चलदा है नाम दी महिमा दा, प्रभु दी महिमा दा। एक शायर ते इंज कहंदा है, गुनाहों को मेरे तेरी रहमत पे नाज है। गुनाहों को मेरे तेरी रहमत पे नाज है, क्योंकि मैं बंदा हूं तो बंदा निवाज है। मेरे गुनाह भी तेरे ते मान कर देने, ऐ प्रभु तेरी रहमत बड़ी प्रबल है, बड़ी प्रबल है। तेरी रहमत दे सामने मेरे गुनाह की ने, कुछ भी नहीं, कुछ भी नहीं। गुनाहों को मेरे तेरी रहमत पे नाज है। ईरान दे एक सूफी संत होया हाफिज, उहदा बहुत वड्डा ग्रंथ भी उन्होंने दीवान हाफिज कहंदे ने। वो कहंदा सद साला पा इम्तिहान गुनाह ख्वाहम करत। ऐ मेरे खुदा जी सद साला मैनू तू 100 साल दी जिंदगी दिती, गुनाह करांगा, पाप करांगा। हद हो गई। एक फकीर जदों उसने शेर लिखे उदों 60 वरियां दा ते हैगा ही सी। हे खुदा जे मैं 100 साल तक जिंदा रहा, गुनाह करांगा। क्यों?
ईरान ਦੇ ਸਭ ਤੋਂ ਵੱਡਾ ਫਕੀਰ ਇਸ ਨੂੰ ਮੰਨਦੇ ਨੇ। ਬਾਕੀ ਫਿਰ ਨੰਬਰ 2 ਤੇ ਆਉਂਦੇ ਨੇ ਸਾਰੇ। ਸਾਦੀ ਹੈ, ਮੌਲਾਨਾ ਰੂਮ ਹੈ, ਸ਼ਮਸ ਤਬਰੇਜ਼ ਹੈ, ਫਿਰਦੌਸੀ ਹੈ। ਸ਼ਾਇਦ ਆਪ ਨੂੰ ਪਤਾ ਹੋਵੇ ਫਿਰਦੌਸੀ ਦਾ ਹਵਾਲਾ ਤੇ ਗੁਰੂ ਗੋਬਿੰਦ ਸਿੰਘ ਵੀ ਦਿੰਦੇ ਨੇ ਜ਼ਫਰਨਾਮੇ ਵਿੱਚ। ਔਰੰਗਜ਼ੇਬ ਨੂੰ ਜੋ ਜ਼ਫਰਨਾਮਾ ਲਿਖਿਆ ਉਹਦੇ ਚ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਚੇ ਖੁਸ਼ ਗੁਫਤੋ ਫਿਰਦੌਸੀ ਖੁਸ਼ਤਰ ਜ਼ਬਾਂ ਕਿ ਜ਼ੂਦੀ ਬਵਦਕਾਰੇ ਆਹਿਰ ਮਨਾ। ऐ औरंगजेब, तेरे इस्लामी बिरा मुसलमान बिरा फिरदौसी ने कितना सोहना आख्या। चलो तू साडी गल नहीं मननी सी, ना मनदा, अपने मुसलमान बिरा दी गल मनदा, उस महान आलम दी। चे खुश गुफ्त फिरदौसी खुशतर जबां कि जूदी बवदकार आहिर मना। जल्दबाजी करना शैताना दा काम। ਤੂੰ ਹਰ ਕੰਮ ਦੇ ਚ ਜਲਦਬਾਜ਼ੀ ਕੀਤੀ ਹੈ। ਪਿਓ ਨੂੰ ਕੈਦ ਕਰਨ ਦੇ ਚ, ਭਰਾਵਾਂ ਨੂੰ ਮਾਰਨ ਦੇ ਚ, ਭੈਣ ਨੂੰ ਜੇਲ੍ਹ ਦੇ ਚ ਪਾਉਣ ਦੇ ਚ, 14 ਸੂਫੀ ਸੰਤਾਂ ਨੂੰ ਮਾਰਨ ਦੇ ਚ, ਹਜ਼ਾਰਾਂ ਮਨੁੱਖਾਂ ਨੂੰ ਕਤਲ ਕਰਨ ਦੇ ਚ, ਹਰ ਕੰਮ ਜਲਦਬਾਜ਼ੀ ਚ ਕੀਤਾ ਹੈ। ਕਾਲੀ ਤਬੀਅਤ ਦਾ ਮਨੁੱਖ, ਜਲਦਬਾਜ਼ ਮਨੁੱਖ ਸ਼ੈਤਾਨ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਹੈ। ਸ਼ੈਤਾਨ ਕਿਹਾ ਤੂੰ ਸ਼ੈਤਾਨ ਹੈ। पर फिरदौसी का हवाला देख। कुछ फकीर ईरान विच बहुत अच्छे पैदा होए ने। नंद लाल ने भी इन्हां दा जिक्र किया है, किसी वक्त थोड़े सामने रखांगे। हाफिज कहंदा है, ऐ मेरे खुदा, जे तू मैनू 100 साल तक जिंदा रखिया गुनाह करांगा, पाप करांगा। क्यों? सद साला बा इम्तिहान गुनाह ख्वाहम कर, ता जुर्म मन अस्त बेश या रहमत तो। फिर मैं एक पलड़े दे च अपने 100 साल दे गुनाह रखांगा, तराजू दे पलड़े दे च तेरी एक पल दी रहमत रखांगा, एक पल दी बख्शिश मैं तोलांगा। ऐ मेरे खुदा, मेरे 100 साल दे गुनाह कुछ भी नहीं, तेरी एक पल दी रहमत बहुत ज्यादा है, बहुत ज्यादा है, बहुत ज्यादा। तो इतना बख्शिंद है। इनू धन गुरु गोबिंद सिंह जी महाराज कहते हैं, दोखन देखत है, देखत है। सारे दोखां ते पड़दा पांदा है। सतगुरु ढाक लिया मोहे पापी पड़दा, जै प्रसाद तेरे अनक छिद्र ढाके। यकीन जानो कुछ गुनाह ऐसे ने मनुख नहीं छुपा सकता, रब नहीं पड़दा पाया, रब ने। गुस्ताखी माफ। जै प्रसाद तेरे अनक छिद्र ढाके, पता नहीं तेरे कितने गुनाहां उसने ढके होया है। पता है पाप किसनों कहने? मन बुरा सोचे पाप है। मैं अक्सर अर्ज करदा हुंदा, तन बुरा कर देवे अपराध है। अपराध कानून समाज दी पकड़ दे च आउंदा है, पाप पकड़ दे च नहीं आउंदा। बुरा सोचना ते बुरा सोचना तीन पक्ष दा ही आउंदा है, तीन तरह दा आउंदा है। किसी दी जान बारे बुरा सोचना, किसी दे माल बारे बुरा सोचना, ते किसी दी इज्जत आवरू असमत बारे बुरा सोचना। बुराई ये केंद्र तीन ही रखती है, ते इन्हां तिन्हां थावां तो फिर मनुख हजारां तरह दीयां बुराइयां नूं औगुणां नूं जन्म देंदा है। मूल रूप दे च इह तिन है। किसी दी जान बारे बुरा सोचना, किसी दे माल बारे बुरा सोचना, किसी दी इज्जत आबरू बारे बुरा सोचना, ये पाप है। किसी दी जान खो लेनी अपराध है। किसी दा माल लुट लेना ये अपराध है। किसी दी इज्जत लुट लेनी ये अपराध है। दुनिया दे च तीन तरह दे मनुख ने जो मनुखता लई खतरा ने, कातल, डकैत ते बलात्कारी, दुराचारी, और नहीं।
ਇਹ ਸਾਰੀ ਦੁਨੀਆ 'ਚ ਨੇ। ਇਹਨਾਂ ਤੋਂ ਰਹਿਤ ਕੋਈ ਸ਼ਹਿਰ ਨਹੀਂ ਹੋਵੇਗਾ। ਇੱਕ ਸ਼ਹਿਰ ਦਾ ਵੀ ਤੁਸੀਂ ਨਾਂ ਨਹੀਂ ਲੈ ਸਕਦੇ ਕਿ ਖਤਰਾ ਨਹੀਂ ਹੈ। ਤਾਂ ਖਤਰਾ ਕਿਹਨਾਂ ਤੋਂ ਆਉਂਦਾ ਹੈ? ਇਹਨਾਂ ਤਿੰਨਾਂ ਤੋਂ ਹੀ ਆਉਂਦਾ ਹੈ, ਹੋਰ ਕੋਈ ਚੌਥਾ ਨਹੀਂ ਆਉਂਦਾ। ਜੋ ਜਾਨ ਦੇ ਲਈ ਖਤਰਾ ਬਣ ਜਾਏ ਤੇ ਖੋਹ ਲਵੇ ਕਾਤਲ, ਜੋ ਮਾਲ ਲਈ ਖਤਰਾ ਬਣੇ ਤੇ ਲੁੱਟ ਲਵੇ ਡਕੈਤ, ਜੋ ਇੱਜ਼ਤ ਆਬਰੂ ਅਸਮਤ ਲਈ ਖਤਰਾ ਬਣੇ ਤੇ ਲੁੱਟ ਲਵੇ ਦੁਰਾਚਾਰੀ, ਬਲਾਤਕਾਰੀ ਸਾਰੀ ਦੁਨੀਆ 'ਚ ਮੌਜੂਦ ਹੈ। ਪਾਪ ਜੋ ਮਨ ਦੇ ਤਲ ਤੇ ਬੁਰਾ ਸੋਚਿਆ ਜਾਂਦਾ ਹੈ, ਉਸੇ ਨੂੰ ਹੀ ਪਾਪ ਕਹਿੰਦੇ ਨੇ। ਔਰ ਤਨ ਦੇ ਤਲ ਤੇ ਜੋ ਬੁਰਾ ਕਰ ਦਿੱਤਾ ਜਾਂਦਾ ਹੈ, ਇਸੇ ਨੂੰ ਹੀ ਅਪਰਾਧ ਕਹਿੰਦੇ ਨੇ। ਮੈਂ ਅਕਸਰ ਅਰਜ਼ ਕਰਦਾ ਹਾਂ ਨਾ, ਅਪਰਾਧੀ ਜ਼ਿਆਦਾ ਨਹੀਂ ਨੇ। ਭਾਰਤ ਦੀ ਇੱਕ ਮੈਗਜ਼ੀਨ ਦੇ 'ਚ ਮੈਨੂੰ ਪੜ੍ਹਨ ਨੂੰ ਮਿਲਿਆ, ਅਪਰਾਧੀ ਤੇ 1% ਵੀ ਨਹੀਂ, 100 ਦੇ ਪਿੱਛੋਂ ਇੱਕ ਵੀ ਨਹੀਂ। ਪਤਾ ਹੈ ਉਹਨਾਂ ਨੇ ਆંકੜੇ ਕਿੱਥੋਂ ਇਕੱਠੇ ਕੀਤੇ? ਜੇਲਾਂ ਤੋਂ। ਸਾਰੀ ਦੁਨੀਆ ਦੀ ਜੇਲਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਸਨ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ, ਡਕੈਤ ਔਰ ਬਲਾਤਕਾਰੀ ਤੇ ਕਾਤਲ, ਉਹਨਾਂ ਦੇ ਆંકੜੇ ਨੇ ਕਿਧਰੇ 10,000 ਦੇ ਪਿੱਛੇ ਇੱਕ ਬਣਦਾ ਹੈ, 100 ਦੇ ਪਿੱਛੇ ਵੀ ਇੱਕ ਨਹੀਂ। ਅਪਰਾਧੀ ਦੁਨੀਆ ਦੇ 'ਚ ਜ਼ਿਆਦਾ ਨਹੀਂ ਨੇ। ਸੰਸਾਰ ਦੀ ਆਬਾਦੀ ਦਾ ਇੱਕ ਹਿੱਸਾ ਵੀ ਨਹੀਂ ਨੇ, 100% ਇੱਕ ਹਿੱਸਾ ਵੀ ਨਹੀਂ 100 ਦੇ 'ਚ। ਕਿਉਂਕਿ ਅਪਰਾਧ ਕਰਨਾ ਕੋਈ ਸੌਖਾ ਨਹੀਂ ਹੈ। ਪੁਲਿਸ ਹੈ, ਜੇਲਾਂ ਨੇ, ਹਥਕੜੀਆਂ ਨੇ, ਸਜ਼ਾਵਾਂ ਨੇ, ਅਦਾਲਤਾਂ ਨੇ, ਕਾਨੂੰਨ ਹੈ। ਪਾਪ ਕਰਨਾ ਸੌਖਾ ਹੈ। ਇੱਥੇ ਮੈਂ ਸਟੇਜ ਤੇ ਬੈਠਾ, ਅੰਦਰ ਮੈਂ ਬੁਰਾ ਸੋਚਾਂ ਤੇ ਤੁਹਾਨੂੰ ਕੀ ਪਤਾ? ਕਿਸੇ ਨੂੰ ਕੁਝ ਨਹੀਂ ਪਤਾ। ਪਾਪ ਕਾਨੂੰਨ ਦੀ ਪਕੜ ਦੇ 'ਚ ਨਹੀਂ ਆਉਂਦਾ, ਸਮਾਜ ਦੀ ਪਕੜ ਦੇ 'ਚ ਨਹੀਂ ਆਉਂਦਾ, ਕੇਵਲ ਗੁਰੂ ਦੀ ਪਕੜ ਦੇ 'ਚ ਆਉਂਦਾ ਹੈ, ਪਰਮਾਤਮਾ ਦੀ ਪਕੜ ਦੇ 'ਚ ਆਉਂਦਾ, ਹੋਰ ਕਿਸੇ ਦੀ ਪਕੜ 'ਚ ਨਹੀਂ ਆਉਂਦਾ। ਤੇ ਪਾਪ ਤੇ ਮਨੁੱਖ ਦਾ ਮਨ ਕਰਦਾ ਹੀ ਰਹਿੰਦਾ। ਗੁਸਤਾਖੀ ਮਾਫ, ਕਿਸੇ ਨੂੰ ਕੁਝ ਨਹੀਂ ਪਤਾ ਚੱਲਦਾ। ਮੈਂ ਪਹਿਲੇ ਮਾਫੀ ਮੰਗ ਲਵਾਂ। ਸੰਸਾਰ ਦੇ ਵਿੱਚ ਦੇਸ਼ ਵਿਦੇਸ਼ਾਂ ਦਾ ਭਰਮਣ ਕਰਦਿਆਂ ਆਇਆ, ਅੱਜ ਤੱਕ ਸੈਂਕੜੇ ਨਹੀਂ ਹਜ਼ਾਰਾਂ ਮਨੁੱਖਾਂ ਨੇ ਮੈਨੂੰ ਕਿਹਾ ਇਸ 50 ਸਾਲ ਦੇ ਕਥਾ ਕਰਨ ਦੇ ਦੌਰ ਵਿੱਚ, ਗੈਨੀ ਜੀ ਕੀ ਕਰੀਏ, ਗੁਰਦੁਆਰੇ ਵੀ ਮਨ ਗਲਤ ਸੋਚਦਾ ਹੈ, ਕੀ ਕਰੀਏ? ਇੱਕ ਨਹੀਂ, ਇਹ ਸਾਰੀ ਗਿਣਤੀ ਮੈਂ 50 ਸਾਲ ਦੀ ਕਰਾਂ ਔਰ ਸਾਰੇ ਮੁਲਕਾਂ ਦੀ ਕਰਾਂ ਤੇ ਆਪਣੇ ਮੁਲਕ ਦੀ ਕਰਾਂ ਤੇ ਹਜ਼ਾਰਾਂ ਬਣਦੇ ਨੇ। ਕਹਿੰਦੇ ਕੀ ਕਰੀਏ ਗੈਨੀ ਜੀ, ਗੁਰਦੁਆਰੇ ਬੈਠਿਆਂ ਵੀ ਮਨ ਗਲਤ ਸੋਚਦਾ ਹੈ, ਤੇ ਗਲਤ ਸੋਚਣਾ ਤੇ ਪਾਪ ਹੈ। ਤੇ ਹੁਣ ਗੁਰਦੁਆਰੇ ਬੈਠਾ ਵੀ ਪਾਪ ਕਰੀ ਜਾ, ਕਿਸੇ ਨੂੰ ਕੁਝ ਨਹੀਂ ਪਤਾ, ਕੁਝ ਨਹੀਂ ਪਤਾ। ਪ੍ਰਭੂ ਨੇ ਪਰਦਾ ਪਾਇਆ ਹੈ, ਪਰਮਾਤਮਾ ਨੇ ਪਰਦਾ ਪਾਇਆ ਹੈ। ਪ੍ਰਭ ਸਭ ਕੁਛ ਜਾਣੇ ਜਿਨ ਤੂੰ ਕੀਆ, ਪਰ ਜੋ ਤੂੰ ਸੋਚਦਾ ਪਿਆ ਕਰਦਾ ਪਿਆ ਪ੍ਰਭੂ ਨੂੰ ਪਤਾ। ਜੋ ਜੋ ਕੀਨੋ ਸੋ ਤੁਮ ਜਾਣਿਓ, ਵੇਖਿਓ ਠੌਰ ਨਾਹੀਂ ਕਛ ਡੀਠ ਕਰ। ਮੈਂ ਕੁਛ ਵੀ ਕਰਾਂ ਔਰ ਕਿਧਰੇ ਵੀ ਕਰਾਂ, ਤੂੰ ਤੇ ਹਰ ਵਕਤ ਉੱਥੇ ਮੌਜੂਦ ਹੈ, ਤੂੰ ਤੇ ਦੇਖਦਾ ਹੈ। ਜੋ ਜੋ ਕੀਨੋ ਸੋ ਤੋਂ ਜਾਣਿਓ, ਜੋ ਅੱਜ ਤੱਕ ਮੈਂ ਕੀਤਾ ਕਾਨੂੰਨ ਤੋਂ ਛੁਪਾਇਆ ਹੋਵੇਗਾ, ਸਮਾਜ ਤੋਂ ਛੁਪਾਇਆ ਹੋਵੇਗਾ, ਐ ਮੇਰੇ ਪਰਵਰਦਿਗਾਰ ਮੈਂ ਤੈਥੋਂ ਨਹੀਂ ਛੁਪਾ ਸਕਦਾ। ਤੂੰ ਤੇ ਦੇਖਦਾ ਵਿਆਪਕ ਹੈ, ਤੂੰ ਤੇ ਦੇਖਦਾ। ਪ੍ਰਭ ਸਭ ਕੁਛ ਜਾਣੇ ਜਿਨ ਤੋਂ ਕੀਆ, ਖੈਲ ਮਕਾਵਾ ਨਾ, ਸਾਰੇ ਔਗਣਾਂ ਤੇ ਪਰਦਾ ਪਾਇਆ ਹੈ ਪ੍ਰਭੂ ਨੇ, ਸਾਰੇ ਗੁਨਾਹ ਢਕੇ ਨੇ। ਸਤਿਗੁਰ ਢਾਕ ਲਿਆ ਮੋਏ ਪਾਪੀ ਪਰਦਾ, ਜੈ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ। ਕੋਲ ਬੈਠਾ ਇੱਕ ਮਨੁੱਖ ਬੁਰਾ ਸੋਚ ਰਿਹਾ ਹੈ, ਕੋਲ ਬੈਠੇ ਨੂੰ ਵੀ ਨਹੀਂ ਪਤਾ ਕੀ ਸੋਚਦਾ। ਪ੍ਰਭੂ ਨੇ ਇੰਤਜ਼ਾਮ ਕਰ ਰੱਖੇ, ਕੁਛ ਵੀ ਨਹੀਂ ਪਤਾ ਚੱਲਦਾ। ਜੈ ਪ੍ਰਸਾਦ, ਇਹ ਤੇ ਉਹਦੀ ਬਖਸ਼ਿਸ਼ ਹੈ। ਪਰ ਮਹਿਰਜ ਕਰਾਂ ਕਾਨੂੰਨ ਤੇ ਸਮਾਜ
ਸਿਰਫ ਅਪਰਾਧ ਨੂੰ ਪਕੜਦਾ ਹੈ। ਤੇ ਭਾਰਤ ਦੇ ਲੇਖਕ ਸਾਹਿਤਕਾਰ ਆਲਮ ਫਾਜ਼ਲ ਕਹਿੰਦੇ ਨੇ ਅਪਰਾਧੀ ਕਿਧਰੇ 10,000 ਪਿੱਛ ਇੱਕ ਹੈ, ਜ਼ਿਆਦਾ ਨਹੀਂ। ਪਾਪੀ ਗੁਸਤਾਖੀ ਮਾਫ ਇੰਜ ਕਹਿ ਲਓ, ਲੱਖਾਂ 'ਚ ਕੋਈ ਇੱਕ ਅੱਧ ਹੋਵੇਗਾ ਜਿਹੜਾ ਪਾਪੀ ਨਾ ਹੋਵੇ, ਮੈਂ ਮਾਫੀ ਪਹਿਲੇ ਮੰਗ ਲਵਾਂ। ਕੋਈ ਲੱਖਾਂ 'ਚ ਇੱਕ ਹੋਵੇਗਾ ਜਿਹੜਾ ਪਾਪੀ ਨਾ ਹੋਵੇ। ਬੁਰਾ ਤੇ ਮਨੁੱਖ ਪਾਠ ਕਰਦਿਆਂ ਵੀ ਸੋਚੀ ਜਾਂਦਾ ਹੁੰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਿਆਂ ਵੀ ਸੋਚੀ ਜਾਂਦਾ ਹੁੰਦਾ ਹੈ, ਗੁਰਦੁਆਰੇ ਬੈਠਿਆਂ ਵੀ ਕਰੀ ਜਾਂਦਾ ਹੈ। ਪਾਪ ਦੀ ਖੁੱਲ੍ਹ ਹੈ। ਪਾਪ ਕੇਵਲ ਪਰਮਾਤਮਾ ਦੇਖਦਾ ਹੈ, ਤੇ ਮਨੁੱਖ ਪਰਮਾਤਮਾ ਤੋਂ ਬੇਪਰਵਾਹ ਹੋਵੇ ਤਾਂ ਫਿਰ ਕਰੀ ਜਾਏ। ਖੇਡ ਤੇ ਸਾਰੀ ਪਰਮਾਤਮਾ ਦੀ। ਜਪ ਤਪ, ਜਪਦੀ ਤਪਸ਼, ਜਪਦੀ ਅਗਨੀ। ਇਹ ਠੰਡੀ ਅਗਨ ਹੈ। ਅੱਗ ਕਿਉਂ ਆਖਿਆ ਹੈ? ਜਲਾਂਦੀ ਹੈ। ਤੁਸੀਂ ਆਖੋਗੇ ਜਦ ਠੰਡੀ ਹੈ ਤੇ ਜਲਾਂਦੀ ਹੈ। ਹਾਂ, ਜਲਾਂਦੀ ਹੈ, ਪਾਪਾਂ ਨੂੰ ਜਲਾਂਦੀ ਹੈ, ਔਗੁਣਾਂ ਨੂੰ ਜਲਾਂਦੀ ਹੈ, ਗੁਨਾਹਾਂ ਨੂੰ ਜਲਾਂਦੀ ਹੈ। ਜੈਸੇ ਜਪਦਿਆਂ ਜਪਦਿਆਂ, ਜਪਣ ਨੂੰ ਤਪ ਕਹਿੰਦੇ ਨੇ। ਜਪ ਤੋਂ ਜੋ ਤਪ ਹੁੰਦਾ ਹੈ, ਜਪਦੀ ਤਪਸ਼, ਜਪਦੀ ਅਗਨ, ਯੋਗਾ ਅਗਨ, ਨਾਮ ਅਗਨ। ਜੈਸੇ ਜਪ ਤਪ ਬਣ ਜਾਏ। ਜਪ ਤੇ ਕਰ ਰਿਹਾ ਜੇ ਤਪ ਨਹੀਂ ਬਣਿਆ, ਜਪ ਤੇ ਕਰ ਰਿਹਾ ਹੈ ਅਜੇ ਅਗਨ ਪ੍ਰਗਟ ਨਹੀਂ ਹੋਈ, ਪੱਥਰ ਤੇ ਰਗੜ ਰਿਹਾ ਹੈ ਅਜੇ ਅੱਗ ਨਹੀਂ ਪੈਦਾ ਹੋਈ। ਪੱਥਰ ਦੋ ਰਗੜ ਕੇ ਜ਼ਰਾ ਗਰਮ ਹੋ ਜਾਣ ਤਾਂ ਅੱਗ ਪੈਦਾ ਹੁੰਦੀ। ਪ੍ਰਾਚੀਨ ਕਾਲ ਦੇ ਵਿੱਚ ਪੱਥਰਾਂ ਨੂੰ ਰਗੜ ਕੇ ਹੀ ਅੱਗ ਪੈਦਾ ਕਰਦੇ ਸਨ। ਰਗੜ ਰਹੇ ਨੇ, ਪੱਥਰ ਗਰਮ ਹੋ ਗਏ, ਅੱਗ ਨਿਕਲ ਗਈ। ਲੱਕੜ ਨੂੰ ਵੀ ਰਗੜ ਕੇ ਅੱਗ ਪੈਦਾ ਕਰਦੇ ਸਨ ਜਿਨ੍ਹਾਂ ਜਿਨ੍ਹਾਂ ਇਲਾਕਿਆਂ 'ਚ ਪੱਥਰ ਨਹੀਂ ਸਨ। ਉਹਨੂੰ ਕਰੰਤੇ ਦੀ ਅੱਗ ਕਹਿੰਦੇ ਸਨ, ਸ਼ੁੱਧ ਅਗਨ। ਇੰਝ ਦੋ ਲੱਕੜਾਂ ਨੂੰ ਰਗੜਨਾ, ਗਰਮ ਹੋ ਕੇ ਅੱਗ ਪੈਦਾ ਹੋ ਜਾਂਦੀ ਸੀ। ਜਪ ਦੇ 'ਚ ਕੀ ਹੈ? ਸੁਰਤ ਤੇ ਸ਼ਬਦ, ਧਿਆਨ ਤੇ ਸ਼ਬਦ, ਦੋਹਾਂ ਦਾ ਜੋੜ ਚੱਲਦਾ ਰਹੇ, ਚੱਲਦਾ ਰਹੇ, ਚੱਲਦਾ ਰਹੇ। ਤਪ ਪੈਦਾ ਹੋ ਜਾਂਦਾ, ਅਗਨ ਪੈਦਾ ਹੋ ਜਾਂਦੀ ਹੈ। ਉਹਨੂੰ ਬ੍ਰਹਮ ਅਗਨ ਕਹਿੰਦੇ ਨੇ, ਉਹਨੂੰ ਯੋਗਾ ਅਗਨ ਕਹਿੰਦੇ ਨੇ, ਉਹਨੂੰ ਨਾਮ ਅਗਨ ਕਹਿੰਦੇ ਨੇ। ਕਬੀਰ ਉਸ ਨੂੰ ਬ੍ਰਹਮ ਅਗਨ ਕਹਿੰਦੇ ਨੇ ਆਪਣੇ ਸ਼ਬਦ ਵਿੱਚ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਚੋਟ ਸਿਦਾ। ਬ੍ਰਹਮ ਅਗਨੀ ਦੀ ਇੱਕੋ ਹੀ ਚੋਟ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਸਾਰੇ ਗੁਨਾਹ ਜਲ ਗਏ, ਖਾਕ ਹੋ ਗਏ, ਭਸਮ ਹੋ ਗਏ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ, ਲੱਖ ਮੜੀਆ ਕਰ ਇਕੱਠੇ ਏਕ ਰਤੀ ਲੈ ਬਾਏ। ਇੱਕ ਰੱਤੀ ਮਾਤਰ ਅਗਨ ਦੇ ਨਾਲ ਲੱਖਾਂ ਮਣ ਲੱਕੜਾਂ ਭਸਮ ਕੀਤੀਆਂ ਜਾ ਸਕਦੀਆਂ। ਲੱਖਾਂ ਮਣ ਲਗੜਾਂ ਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਨਹੀਂ ਚਾਹੀਦੀ, ਇੱਕ ਤਿਲ ਜਿਤਨੀ ਚਿਨਗਾਰੀ ਚਾਹੀਦੀ। ਲੱਖਾਂ ਮਣ ਲਗੜ ਜਲ ਜਾਏ। ਜਿਸ ਦਿਨ ਜਪ ਤਪ ਬਣ ਜਾਂਦਾ ਹੈ, ਬਸ ਉਸ ਤਪਸ਼ ਦੇ ਨਾਲ, ਉਸ ਸੋਚ ਦੇ ਨਾਲ, ਉਸ ਅਗਨੀ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਗੁਨਾਹ ਪਾਪ ਜਲ ਜਾਂਦੇ ਨੇ, ਖਾਕ ਹੋ ਜਾਂਦੇ ਨੇ। ਹੁਣ ਮੈਂ ਅਰਜ਼ ਕਰਾਂ, ਧਿਆਨ ਬਾਹਰ ਦੀ ਤਰਫ ਜਾਏ, ਕੇਂਦਰ ਅਹੰਕਾਰ ਹੈ। ਧਿਆਨ ਅੰਦਰ ਦੀ ਤਰਫ ਜਾਏ, ਕੇਂਦਰ ਨਿਰੰਕਾਰ ਹੈ। ਧਿਆਨ ਬਾਹਰ ਦੀ ਤਰਫ ਆਪਣੇ ਆਪ ਜਾਂਦਾ ਹੈ, ਨਿਵਾਣ ਹੈ। ਵਿਕਾਰੀ ਬਣਨ ਵਾਸਤੇ, ਕਾਮੀ ਬਣਨ ਵਾਸਤੇ, ਕ੍ਰੋਧੀ ਬਣਨ ਵਾਸਤੇ, ਲੋਭੀ ਬਣਨ ਵਾਸਤੇ, ਦੁਰਾਚਾਰੀ ਬਣਨ ਵਾਸਤੇ ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਕਿਸੇ ਤੋਂ ਪ੍ਰੇਰਨਾ ਲੈਣ ਦੀ ਲੋੜ ਨਹੀਂ। ਪਾਣੀ ਨਿਵਾਣ ਦੀ ਤਰਫ ਆਪੇ ਹੀ ਜਾਂਦਾ, ਆਪੇ ਹੀ ਜਾਂਦਾ। ਬਾਹਰ ਦਾ ਕੇਂਦਰ ਅਹੰਕਾਰ, ਮੈਂ ਹਾਂ, ਮੈਂ ਆਹੰ। ਤਾਂ ਹੁਣ ਮੈਂ ਵੱਡਾ ਤਾਂ ਹੋ ਸਕਦਾ, ਮੈਂ ਮਹਾਨ ਤਾਂ ਹੋ ਸਕਦਾ ਮੇਰੇ ਕੋਲ ਕੁਝ ਮਹਾਨ ਹੋਵੇ। ਤਾਂ ਪਹਿਲਾ ਮੇਰੀ ਉਮਰ ਬਹੁਤ ਵੱਡੀ ਹੋਵੇ। ਜੇ ਜੁਗ ਚਾਰੇ ਆਰ ਜਾ, ਹੋਰ 10 ਹੋਣੇ ਹੋਵੇ, ਹੋਰ 10 ਗੁਣਾ ਜ਼ਿਆਦਾ। ਜੀਵਨ ਦੀ ਲਾਲਸਾ ਕਦੀ ਮੁੱਕਦੀ ਨਹੀਂ। ਮੌਤ ਆ ਕੇ ਜੀਵਨ ਮੁਕਾ ਦਿੰਦੀ ਹੈ ਸਰੀਰ ਦਾ, ਲਾਲਸਾ ਨਹੀਂ ਮੁੱਕਦੀ।
ਇਹਨੂੰ ਮੈਂ ਜੋ ਬਿਆਨ ਕਰਦਾ ਉਹਨਾਂ ਸਮਾਂ ਹੋ ਗਿਆ, ਬਾਕੀ ਖੁਲਾਸਾ ਕੱਲ ਕਰਾਂਗਾ। ਸਰੀਰ ਦੀ ਮੌਤ ਲੋਭ ਦੀ ਮੌਤ ਨਹੀਂ ਹੈ। ਸਰੀਰ ਦੀ ਮੌਤ ਹੰਕਾਰ ਦੀ ਮੌਤ ਨਹੀਂ ਹੈ। ਸਰੀਰ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ। ਸਰੀਰ ਦੀ ਮੌਤ ਕਾਮਨਾਵਾਂ ਦੀ ਮੌਤ ਨਹੀਂ ਹੈ। ਅਗਰ ਸਰੀਰ ਦੀ ਮੌਤ ਵਾਸ਼ਨਾ ਦੀ ਵੀ ਮੌਤ ਹੈ, ਹੰਕਾਰ ਦੀ ਵੀ ਮੌਤ ਹੈ, ਔਰ ਲੋਭ ਤੇ ਕਾਮਨਾਵਾਂ ਦੀ ਵੀ ਮੌਤ ਹੈ, ਫਿਰ ਜਪ ਤਪ ਕਰਨ ਦੀ ਲੋੜ ਹੀ ਨਹੀਂ। ਇੱਕ ਦਿਨ ਮਰਾਂਗੇ, ਸਭ ਕੁਝ ਆਪੇ ਹੀ ਮਰ ਜਾਏਗਾ। ਨਹੀਂ ਮਰਦਾ। ਤਨ ਮਰ ਗਿਆ, ਵਾਸ਼ਨਾ ਨਹੀਂ ਮਰੀ। ਤਨ मर गया, कामनावां नहीं मरियां। हजारों ख्वाहिशें साथ लेकर दम निकलता है। एक एक श्वास देते पता नहीं कितनियां कामनावां वासनावां। तन दी मौत नाल हंकार दी मौत नहीं आउंदी, वासना दी मौत नहीं आउंदी। ये जप तप सरीर नूं अगन भेंट कीता जाए, उस तो पहले गुनाहां नूं ब्रह्म दी अगन दे जला देवे मनुख। शरीर नूं चिता ते रख के जला दिता जाए, उस तो पहले नाम दी अगन दे सारे गुनाहां नूं साड़ दे, तां संसार ते आया सफल। नहीं ते भगत रविदास जी महाराज दा एक बोल, हम बड़ कव कुलीन हम पंडित हम जोगी सन्यासी। हम इन्हां नाल भी हंकार वध सकदा है। हंकार गुणा करके वधदा है, औगुणा करके नहीं वधदा। एक मनुख दान दा हंकार कर सकदा है, चोरी दा की हंकार करेगा। कह सकदा है भरी महफिल दे सत्संग दे मैं माड़ा मोटा चोर नहीं हाँ, बहुत वड्डा चोर हाँ। चोरी दा की हंकार। पर मैं माड़ा मोटा दानी नहीं हाँ, बहुत वड्डा दानी हाँ। मनुख दीवार ते लिखा सकदा है, पत्थरां ते लिखा सकदा है। मैं ते कई थावां ते देख के दंग रह गया, रुमालियां ते लिखिया है, फलाणे ने भेंट कीता। बांडियां ते नाम, कारपेट ते नाम, नाम दी छाप। इस करके मेरा नाम उजागर होवे, हंकार गुणा करके वधदा है। दान दा हंकार हो सकदा है, चोरी दा हंकार नहीं। मनुख नितनेम दा हंकार कर सकदा है, पाठ दा हंकार कर सकदा है, कीर्तन दा हंकार कर सकदा है, मैं बहुत वधिया कीर्तनी हाँ। मनुख ज्ञान दा हंकार कर सकदा है, मूर्खता दा की हंकार। मनुख कह सकदा है मैं छोटा मोटा मूर्ख नहीं हाँ, बहुत वड्डा मूर्ख। लेकिन ना आखे भावें मैं माड़ा मोटा कवि नहीं हाँ, बहुत वड्डा कवि हाँ। आप ना आखे, लेकिन उहदा मन ते आखदा ही रहिंदा है। की होया अजे जो मन कह रहा है, अपनी जबान नूं ये शामिल नाल नहीं करना चाहता, पर मन ते कह रहा है मैं माड़ा मोटा कवि नहीं, बहुत वड्डा कवि। जिन्ना जिन्ना गुणा करके हंकार पैदा हो सकता है, श्री रविदास इन्हां दा जिक्र करदे ने। हम बड़ कव, मैं माड़ा मोटा शायर नहीं हाँ, मैं माड़ा मोटा कवि नहीं हाँ, बहुत वड्डा कवि, बहुत वड्डा कवि। हम बड़ कव कुलीन, मेरी जात माड़ी मोटी नहीं, मैं उच्ची जात वाला, मेरी कुल बड़ी उच्ची। तो कुल दा मान हो सकता है। भारत विच शूदरां कोल कुल दा मान नहीं सी, क्योंकि उन्हां दी कुल सब तो नीवी मन लई गई। तो हुण जद सब तो नीवी मन लई गई, तो नीवी चीज दा की मान। हम बड़ कव कुलीन हम पंडित
मैं बहुत पढ़ा लिखा, और जितना पढ़ा लिखा होगा उतना हंकारी होगा। बड़िया बड़िया डिग्रियां, बड़े बड़े प्रमाण पत्र, बड़िया बड़िया सनताओं दे कोल ने। हम बड़ कव कुलीन, हम पंडित, हम जोगी सन्यासी। अधार्मिक कर्मा करके हंकार पैदा होवे ऐसा घट है, धार्मिक कर्मा करके हुंदा। इस वास्ते मैनू कहण देना, दुनिया दे च अधार्मिक मनुख इतने हंकारी नहीं आउंदे जितने धार्मिक होंदे। क्यों कि हंकार नू उजागर करन वास्ते उन्हां कोल बहुत कुछ है, बहुत कुछ है। हम बड़ कव कुलीन, हम पंडित, हम जोगी सन्यासी। गुरु अर्जन देव जी महाराज ऐसा कहते भी ने एक जगह, ग्रस्त में चिंत उदास हंकार। आम गृहस्थी बंदा कार विहारी विचारा हर वक्त चिंता च रहिंदा है। कल चले सी कम अज भी चलना चाहिए, अज चले है तो आने वाले कल भी चलना चाहिए। भविष्य की चिंता उसकी बनी रही। फिर पुत्र ने उन्हों का भी कारज होवे, इन्हों का विआह करना है, बच्चियां का विआह करना है। गरज के परिवारक समस्यावां जितनियां वधदियां ने, भविष्य दीयां चिंतावां उतनियां ज्यादा होती। तो गुरु अर्जन देव जी महाराज कहते हैं, ग्रस्त में चिंत उदास हंकार। जो त्यागी ने, जोगी ने, सन्यासी ने, ब्रह्मचारी, बड़े प्रबल हंकारी। इनू दूजे रूप में मैं बयान करा। एक संसारी मनुख कोल इस करके हंकार है कि उहदे कोल बहुत सारा धन है, बहुत वड्डा धनाड़ है। और एक सन्यासी कोल इस वास्ते हंकार है, वो सारे धन दा त्यागी है। तो दोहां दा हंकार दा केंद्र धन है। एक धन दे होण दा हंकार कर रहा है, एक धन दे त्याग दा हंकार कर रहा है। उम्मीद है गल पकड़ दे चाहिए। धन कोल है, हंकार उजागर हो रहा है। धन त्याग दिता है, हुण उस दा हंकार। चंगी तरह याद है कि सर्व धर्म सम्मेलन दे एक वक्ता सन्यासी बार बार कह रहा सी, मैं लखां नूं लत मार के सन्यासी बनिया। एक दफा कहंदा ते शायद सरोते भी बर्दाश्त कर दे, वक्ते भी बर्दाश्त कर दे। 32 मिनट दे लैक्चर दे उन्हें 7-8 दफा आख्या, मैं लखां नूं त्याग करके सन्यासी बनिया। एक वक्ते कोल नहीं रहा गया। वो खड़ा होके कहन लगा, संत जी तुसी लत ढंग नाल नहीं मारी, वो लखां थोड़ी लत नाल ही चंबड़ गए ने। बार बार जिक्र करी जा रहा, बार बार जिक्र करी जा रहा। धन कोल है ते धन दा हंकार, मैं धनवान, फिर त्याग दिता है तो हुण त्याग दा हंकार। इस वास्ते धन दे त्याग नूं ते कबीर अहमियत ही नहीं देंदी। कबीर माया तजी तो क्या भया, जो मान तजा नहीं जाए। मान मुनि मुन वर्गले, मान सवे को खाए। गुरु अर्जन देव जी महाराज कहते, निमक निमक कर शरीर कटावे तो भी हों में मैल नहीं जानती, नहीं जानती। हम बड़ कव कुलीन, हम पंडित, हम जोगी सन्यासी। ज्ञानी गुणी सूर हम दाते। मैं ऐसा नहीं कह रहा क्योंकि मैं भी इसे श्रेणी च सूक्ष्म अहंकार मनुख की कमजोरी होंदी, जिथे सारियां दी कमजोरी होंदी मेरी भी है। हंकार निकल गया तो मनुख निरंकार का रूप हो जाता है। अस्थूल हंकार ना सही तो सूक्ष्म होंदा है।
जिस दिन ਇਹ ਨਹੀਂ ਰਹਿੰਦਾ ਮਨੁੱਖ ਨਿਰੰਕਾਰ ਦੀ ਮੂਰਤੀ ਹੋ ਜਾਂਦਾ। ਜੀਵਨ ਦੇ ਲਕਸ਼ ਦੋ ਹੀ ਨੇ, ਅਹੰਕਾਰ ਜਾਂ ਨਿਰੰਕਾਰ। ਅਹੰਕਾਰ ਨੂੰ ਉਜਾਗਰ ਕਰਨ ਵਾਸਤੇ ਧਿਆਨ ਬਾਹਰ ਕਰਨਾ ਪਏਗਾ, ਬਹੁਤ ਜ਼ੋਰ ਦਾ ਬਾਹਰ ਕਰਨਾ ਪਏਗਾ। ਨਿਰੰਕਾਰ ਨਾਲ ਜੁੜਨ ਵਾਸਤੇ ਧਿਆਨ ਦੀ ਯਾਤਰਾ ਅੰਦਰ ਦੀ ਯਾਤਰਾ ਹੈ, ਉਹ ਤੇ ਅੰਦਰ ਲੈ ਜਾਣਾ ਪਏਗਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਸਾਰੇ ਧਿਆਨ ਨੂੰ ਬਾਹਰੋਂ ਸਮੇਟ ਕੇ ਫਿਰ ਉਹਨੂੰ ਅੰਤਰਮੁਖੀ ਕਰਨਾ ਪੈਂਦਾ ਹੈ। ਧਿਆਨ ਨੂੰ ਬਾਹਰ ਫੈਲਾਣਾ, ਇਹਦੇ ਲਈ ਸਾਧਨ ਵੀ ਬਹੁਤ ਸਾਰੇ ਨੇ, ਔਰ ਇਹ ਮਨੁੱਖ ਦੀ ਚਾਹਤ ਵੀ ਹੈ। ਧਿਆਨ ਨੂੰ ਅੰਦਰ ਲੈ ਜਾਈਏ। ਸਹਾਰਾ ਇਹ ਕੀਰਤਨ ਹੈ, ਸਹਾਰਾ ਗੁਰਬਾਣੀ ਦਾ ਜਪ ਹੈ, ਸਹਾਰਾ ਵਾਹਿਗੁਰੂ ਦੇ ਨਾਮ ਦਾ ਜਪ ਹੈ, ਹੋਰ ਕੁਝ ਵੀ ਨਹੀਂ। ਇਸ ਦੇ ਨਾਲ ਹੀ ਧਿਆਨ ਨੂੰ ਮਨੁੱਖ ਅੰਦਰ ਲੈ ਜਾਏਗਾ। ਖੈਰ, ਹਮ ਬੜ ਕਵ ਕੁਲੀਨ ਹਮ ਪੰਡਤ ਹਮ ਜੋਗੀ ਸਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ। ਮੈਂ ਮਾੜਾ ਮੋਟਾ ਗਿਆਨੀ ਨਹੀਂ, ਬਹੁਤ ਵੱਡਾ। ਤੂੰ ਕੀ ਜਾਣਦਾ? ਮੈਂ ਬਹੁਤ ਕੁਝ ਜਾਣਦਾ। ਗਿਆਨੀ ਗੁਣੀ, ਮੈਂ ਫਿਰ ਅਰਜ਼ ਕਰਾਂ, ਹੰਕਾਰ ਗੁਣਾਂ ਤੇ ਅਸਵਾਰ ਹੋ ਕੇ ਚੱਲਦਾ ਹੈ, ਔਗੁਣਾਂ ਤੇ ਅਸਵਾਰ ਹੋ ਕੇ ਨਹੀਂ ਚੱਲ ਸਕਦਾ। ਜਿਤਨਾ ਗੁਣਵਾਨ ਮਨੁੱਖ ਹੋਵੇਗਾ ਉਤਨਾ ਹੀ ਹੰਕਾਰੀ ਹੋਵੇਗਾ। ਗੁਣਵਾਨ ਹੋਵੇ ਤੇ ਹੰਕਾਰੀ ਨਾ ਹੋਵੇ, ਪ੍ਰਭਤਾ ਹੋਵੇ ਤੇ ਹੰਕਾਰੀ ਨਾ ਹੋਵੇ, ਧਨਵਾਨ ਹੋਵੇ ਤੇ ਹੰਕਾਰੀ ਨਾ ਹੋਵੇ, ਹੋ ਨਹੀਂ ਸਕਦਾ। ਇਹਨੂੰ ਭਗਤ ਤੁਲਸੀ ਰਾਮਾਇਣ ਵਿੱਚ ਇੰਜ ਬਿਆਨ ਕਰਦੇ ਨੇ, ਐਸੋ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਕਿਹੜਾ ਮਾਈ ਦਾ ਲਾਲ ਜਮਿਆ, ਪ੍ਰਭਤਾ ਵੀ ਮਿਲੀ ਹੋਵੇ, ਗੁਣ ਵੀ ਮਿਲੇ ਹੋਣ, ਤੇ ਫਿਰ ਹੰਕਾਰੀ ਨਾ ਹੋਵੇ। ਕਿਹੜਾ ਮਾਈ ਦਾ ਲਾਲ ਹੈ? ਐਸੋ ਕੋ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਉਹਨੂੰ ਮਦ ਨਾ ਹੋਵੇ, ਹੰਕਾਰ ਨਾ ਹੋਵੇ। ਤਿੰਨ ਮੂਲ ਕਾਰਨ ਬਣ ਜਾਂਦੇ ਨੇ ਹੰਕਾਰ ਦੇ। ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਿਸ ਰਹੇ ਦੀਵਾਨਾ। ਜਵਾਨੀ ਦਾ ਹੰਕਾਰ, ਧਨ ਦਾ ਹੰਕਾਰ, ਪ੍ਰਭਤਾ ਦਾ ਹੰਕਾਰ। ਜਿਤਨੀ ਪ੍ਰਭਤਾ ਉਤਨਾ ਹੰਕਾਰੀ, ਜਿਤਨਾ ਧਨ ਉਤਨਾ ਹੰਕਾਰੀ, जितना खूबसूरत ते जवान उतना ही हंकारी। क्योंकि ਉਹਦੇ ਕੋਲ ਹੰਕਾਰ ਕਰਨ ਵਾਸਤੇ ਜਵਾਨੀ ਹੈ ਤੇ ਖੂਬਸੂਰਤੀ ਹੈ। ਇਹਦਾ ਹੰਕਾਰ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨਿਸ ਰਹੇ ਦੀਵਾਨ। ਦਿਨ ਰਾਤ ਪਾਗਲ ਹੋਇਆ, ਧਨ ਨੇ ਪਾਗਲ ਕਰ ਦਿੱਤਾ, ਜੋਬਨ ਨੇ ਪਾਗਲ ਕਰ ਦਿੱਤਾ ਹੈ। ਹੰਕਾਰੀ ਲੋਕ ਬਹੁਤੀ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ, ਅਕਲ ਤੋਂ ਇਤਨਾ ਹੀ ਕੰਮ ਲੈਂਦੇ ਨੇ, ਹੰਕਾਰ ਨੂੰ ਕਿਵੇਂ ਵਧਾਈਏ, ਹੰਕਾਰ ਦਾ ਰਸ ਕਿਵੇਂ ਵਧੇ, ਬਸ ਇੰਨਾ ਹੀ ਹੈ। ਹੰਕਾਰੀ ਦੀ ਬਾਕੀ ਸੋਚਣੀ ਸੀਮਤ ਹੋ ਜਾਂਦੀ ਹੈ। ਹਮ ਬੜ ਕਵ ਕੁਲੀਨ ਹਮ ਪੰਡਤ। ਔਰ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਪ੍ਰਬਲ ਹੰਕਾਰੀ ਹੋਵੇਗਾ ਉਤਨਾ ਹੀ ਪ੍ਰਬਲ ਕ੍ਰੋਧੀ ਹੋਵੇਗਾ। ਹੰਕਾਰ ਦੀ ਪ੍ਰਬਲਤਾ ਵੱਧਦੀ ਹੈ ਪ੍ਰਭਤਾ ਨਾਲ, ਧਨ ਨਾਲ, ਸੰਪਦਾ ਨਾਲ, ਗੁਣਾ ਨਾਲ। ਸ਼ਕਤੀਸ਼ਾਲੀ ਹੋ ਗਿਆ, ਹੰਕਾਰੀ ਹੋ ਗਿਆ। ਜਿੱਧਰ ਕਿਧਰੇ ਇਹਦੇ ਹੰਕਾਰ ਨੂੰ ਕਿਸੇ ਨੇ ਰੋੜਾ ਅਟਕਾਇਆ, ਕੰਡੇ ਵਿਛਾਏ, ਕ੍ਰੋਧੀ ਹੋ ਜਾਏਗਾ, ਹਿੰਸਕ ਹੋ ਜਾਏਗਾ, ਬਹੁਤ ਅਨਰਥ ਕਰੇਗਾ। ਇਹ ਇੱਕ ਬਹੁਤ ਵੱਡੀ ਸਚਾਈ ਹੈ। ਹਮ ਬੜ ਕਉ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ। ਮੈਂ ਮਾੜਾ ਮੋਟਾ ਦਾਨੀ ਨਹੀਂ ਹਾਂ, ਬਹੁਤ ਵੱਡਾ ਦਾਨ ਹੈ, ਬਹੁਤ ਵੱਡਾ ਦਾਨ।
ਗਿਆਨੀ ਗੁਣੀ ਸੂਰ ਹਮ ਦਾਤੇ ਐ ਬੁੱਧ ਕਭੇ ਨਾ ਨਾਸੀ। ਇਸ ਬੁੱਧ ਨੂੰ ਤੇ ਖਤਮ ਕਰਨਾ ਸੀ, ਹੰਕਾਰ ਨੂੰ। ਇਹ ਤੇ ਇਹਨਾਂ ਦੇ ਆਸਰੇ ਤੇ ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ। ਗੁਣਵਾਨ ਮਨੁੱਖ ਹੰਕਾਰੀ ਨਾ ਹੋਵੇ, ਐਸਾ ਹੋ ਨਹੀਂ ਸਕਦਾ। ਕੋਈ ਵੀ ਗੁਣ ਹੋਵੇ, ਕਿਸੇ ਪ੍ਰਕਾਰ ਦਾ ਵੀ ਗੁਣ ਹੋਵੇ। ਕਹਿ ਰਵਿਦਾਸ ਸਭੇ ਨਹੀਂ ਸਮਝਸ, ਭੂਲ ਪਰੇ ਜੈਸੇ ਬੌਰੇ। ਤੇ ਪਾਗਲ ਨੇ, ਇਹ ਤੇ ਗੁਣਾਂ ਦੀ ਵਰਤੋਂ ਗਲਤ ਪੈ ਕਰਦੇ ਨੇ, ਇਹ ਤੇ ਗੁਣਾਂ ਦਾ ਇਸਤੇਮਾਲ ਗਲਤ ਪੈ ਕਰਦੇ ਨੇ। ਗੁਣਾਂ ਦੇ ਆਸਰੇ ਤੇ ਨਿਰੰਕਾਰ ਦੀ ਯਾਤਰਾ ਕਰਨੀ ਸੀ, ਇਹ ਤੇ ਗੁਣਾਂ ਦੇ ਆਸਰੇ ਤੇ ਹੰਕਾਰ ਦੀ ਯਾਤਰਾ ਤੇ ਨਿਕਲ ਪਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਹੋਰ ਬੜਾ ਕੀਮਤੀ ਬੋਲ ਤੁਹਾਡੇ ਸਾਹਮਣੇ ਰੱਖਾਂ, ਔਰ ਹੂਬਹੂ ਉਸ ਤਰ੍ਹਾਂ ਦਾ ਖਿਆਲ, ਗਜ਼ਬ ਦੀ ਗੱਲ ਹੈ, ਡਾਕਟਰ ਮੁਹੰਮਦ ਇਕਬਾਲ ਨੇ ਵੀ ਦਿੱਤਾ। ਅਵਤਾਰੀ ਪੁਰਸ਼ ਸੰਤ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਦਿਨ ਹੋ ਗਿਆ, ਹੁਣ ਰਾਤ ਨੇ, ਉਹ ਚਾਨਣੇ 'ਚ ਰਹਿੰਦੇ ਨੇ। ਜਿਹੜੇ ਕਵੀ ਲੋਕ ਨੇ, ਬਹੁਤ ਗਹਿਰੇ ਕਵੀ, ਉਹ ਹੁੰਦੇ ਤੇ ਅੰਧੇਰੇ 'ਚ ਨੇ, ਪਰ ਕਦੀ-ਕਦੀ ਉਹਨਾਂ ਦੇ ਜ਼ਿੰਦਗੀ 'ਚ ਇਸ ਤਰ੍ਹਾਂ ਚਾਨਣਾ ਹੋ ਜਾਂਦਾ ਜਿਵੇਂ ਬਦਲਾਂ ਦੇ 'ਚ ਬਿਜਲੀ ਚਮਕਦੀ ਹੈ, ਤਾਂ ਕੁਝ ਸਚਾਈਆਂ ਉਹਨਾਂ ਤੇ ਉਜਾਗਰ ਹੋ ਜਾਂਦੀਆਂ, ਕੁਝ ਹਕੀਕਤਾਂ ਉਹਨਾਂ ਤੇ ਉਜਾਗਰ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਕਵੀਆਂ ਨੇ ਵੀ ਬਹੁਤ ਕੀਮਤੀਆਂ ਗੱਲਾਂ ਕਹੀਆਂ ਨੇ, ਜੋ ਕਿਸੇ ਹੱਦ ਤੱਕ ਬ੍ਰਹਮ ਗਿਆਨੀਆਂ ਨਾਲ, ਸੰਤਾਂ ਨਾਲ, ਮਹਾਂਪੁਰਸ਼ਾਂ ਨਾਲ ਮੇਲ ਖਾਂਦੀਆਂ ਨੇ। ਇਸ ਵਾਸਤੇ ਸ਼ਾਇਦ ਆਪ ਨੂੰ ਪਤਾ ਹੋਵੇ, ਰਿਸ਼ੀ ਦੇ ਅਰਥ ਕਵੀ ਹੈ। ਰਿਸ਼ੀ ਜਿਸ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਗਿਆ ਹੈ, ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਬਿਰਾਜਮਾਨ ਹੋ ਗਿਆ, ਪੂਰਾ ਚਾਨਣਾ ਹੋ ਗਿਆ, ਪਰ ਹੁਣ ਪ੍ਰਗਟ ਹੋ ਰਿਹਾ, ਉਸ ਤੋਂ ਕਵਿਤਾ ਦੇ ਰਹਾ ਹੈ, ਬੋਲਾਂ ਦੇ ਰਹਾ ਹੈ। ਉਹ ਬੋਲ ਕਵਿਤਾ ਦੇ ਚੋਣਗੇ। ਕਹਿੰਦੇ ਨੇ ਭਗਵਾਨ ਦੇ ਬੋਲ ਭਾਗਵਤ ਗੀਤਾ, ਉਹ ਗੀਤ ਹੋਣਗੇ। ਹਰ ਸੰਤ ਦੇ ਬੋਲ ਭਾਗਵਤ ਗੀਤਾ ਨੇ। ਕਹਿੰਦੇ ਨਾ ਕੁਰੂਕਸ਼ੇਤਰ ਵਿੱਚ ਸ੍ਰੀ ਕ੍ਰਿਸ਼ਨ ਨੇ ਭਾਗਵਤ ਗੀਤਾ ਉਚਾਰਨ ਕੀਤੀ, ਭਗਵਾਨ ਦੇ ਗੀਤ। ਹਰ ਸੰਤ ਦੇ ਬੋਲ ਭਾਗਵਤ ਗੀਤਾ ਨੇ। ਚੌਕ ਤੇ ਬੈਠ ਕੇ ਰਵਿਦਾਸ ਭਾਵੇਂ ਜੁੱਤੀਆਂ ਗੰਢਦਾ, ਪਰ ਜਦ ਉਹਦੇ ਅੰਦਰੋਂ ਰੱਬੀ ਨਗਮੇ ਨਿਕਲਦੇ ਨੇ, ਉਹ ਭਾਗਵਤ ਗੀਤਾ ਹੀ ਹੈ। ਕਬੀਰ ਦੇ ਬੋਲ ਭਾਗਵਤ ਗੀਤਾ ਹੀ ਹੈ। ਰਾਮਾਨੰਦ ਦੇ ਬੋਲ ਭਗਵਾਨ ਦੇ ਗੀਤ ਨੇ, ਔਰ ਕੀ ਹੈ। ਪ੍ਰਭੂ ਦੇ ਬੋਲ ਜਦ ਵੀ ਪ੍ਰਗਟ ਆਉਂਦੇ ਨੇ, ਗੀਤ ਦੇ 'ਚ ਪ੍ਰਗਟ ਆਉਂਦੇ ਨੇ, ਸੰਗੀਤ ਦੇ 'ਚ ਪ੍ਰਗਟ ਆਉਂਦੇ ਨੇ। ਪਰ ਇਹ ਗਹਿਰਾ ਗੀਤ ਤੇ ਸੰਗੀਤ ਉਹਨਾਂ ਕੋਲ ਵੀ ਹੁੰਦਾ ਹੈ ਜਿਨ੍ਹਾਂ ਦਾ ਹਿਰਦਾ ਕਦੀ-ਕਦੀ ਗਹਿਰਾਈ 'ਚ ਚਲਾ ਜਾਂਦਾ। ਕਦੀ-ਕਦੀ ਜਿਸ ਵਕਤ ਉਹ ਗਹਿਰਾਈ 'ਚ ਹੁੰਦੇ ਨੇ, ਉਦੋਂ ਉਹ ਰਿਸ਼ੀ ਆਉਂਦੇ ਨੇ, ਅੱਗੇ ਪਿੱਛੇ ਉਹ ਰਿਸ਼ੀ ਨਹੀਂ ਆਉਂਦੇ। ਹੋ ਸਕਦਾ ਇਸ ਤਰ੍ਹਾਂ ਦੇ ਕਵੀ ਅੱਗੇ ਪਿੱਛੇ ਪੱਬ ਦੇ 'ਚ ਮਿਲਣ, ਸ਼ਰਾਬ ਪੀਂਦੇ, ਲੇਕਿਨ ਇਤਨੀ ਗਹਿਰੀ ਗੱਲ ਆਖੀ। ਕਿਸੇ ਕਵੀ ਦਾ ਮੈਂ ਨਾਂ ਨਹੀਂ ਲੈਂਦਾ, ਪਰ ਮੈਨੇ ਬਹੁਤ ਬੁਲੰਦ ਪਾਇਆ ਕਵੀ ਦੇਖੇ, ਜਿਨ੍ਹਾਂ ਦੀਆਂ ਨਜ਼ਮਾਂ ਆਸਮਾਨਾਂ ਨੂੰ ਛੂੰਹਦੀਆਂ ਨੇ, ਲੇਕਿਨ ਉਹਨਾਂ ਦੀ ਹਾਲਤ ਠੀਕ ਨਹੀਂ ਦੇਖੀ। ਲੇਕਿਨ ਜਿਸ ਵਕਤ ਉਹ ਕਵਿਤਾ ਉਤਰੀ ਹੋਵੇਗੀ, ਉਸ ਵਕਤ ਉਹ ਰਿਸ਼ੀ ਹੋਣਗੇ। ਉਸ ਵਕਤ ਉਹਨਾਂ ਦੀ ਜ਼ਿੰਦਗੀ ਚਾਨਣਾ ਹੋਵੇਗਾ, ਪਰ ਇਹ ਚਾਨਣਾ ਐਵੇਂ ਜਿਵੇਂ ਬਦਲਾਂ ਦੇ ਬਿਜਲੀ ਚਮਕੀ, ਫਿਰ ਅੰਧੇਰਾ ਹੋ ਗਿਆ। ऋषि जो 24 घंटे ऋषि है, 12 महीने ऋषि है, हर वक्त ऋषि है। कवि जो कदी कदाई किसी दिन किसी घड़ी दे ऋषि होंदा है। इस वास्ते ऋषि दे अर्थ कवि ने, कवि नूं संस्कृत विच ऋषि कहंदे ने, ऋषि मुनि। उपनिषदां किन्हां ने लिखियां? ऋषियां ने लिखियां। सारा ब्रह्म ज्ञान है। और वो ऋषि जो ता जिंदगी ऋषि रहे, हर वक्त ऋषि। कवि जो कदी कदाई किसी दिन
ਥੋੜੇ ਜਿਹਾ ਸਮੇਂ ਲਈ ਰਿਸ਼ੀ ਹੁੰਦਾ। ਉਹਦੀਆਂ ਗੱਲਾਂ ਬਹੁਤ ਗਹਿਰੀਆਂ ਹੁੰਦੀਆਂ, ਬਹੁਤ ਗਹਿਰੀਆਂ। ਬੇਸ਼ਤਰ ਪੰਜਾਬੀਆਂ ਦੇ ਕਵੀ, ਪੰਜਾਬੀ ਦੇ ਕਵੀ, ਹਿੰਦੀ, ਫਾਰਸੀ, ਉਰਦੂ ਦੇ ਕਵੀ ਗੱਲਾਂ ਬਹੁਤ ਗਹਿਰੀਆਂ ਆਖੀਆਂ, ਪਰ ਉਹ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ, ਹਰ ਵਕਤ ਨਹੀਂ ਆਉਂਦੇ। ਕਦੀ ਕਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਚਮਕ ਪੈਦਾ ਹੋ ਜਾਂਦੀ ਹੈ, ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਬੜਾ ਕੀਮਤੀ ਖਿਆਲ ਦਿੰਦੇ ਨੇ, ਹੰਕਾਰ ਕਿਵੇਂ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ ਔਰ ਹੰਕਾਰ ਕੀ ਬੋਲਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਵੀ ਕਿਸੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੋਵੇ, ਆਪਣੇ ਨੂੰ ਅੱਗੇ ਕਰਦੇ ਨੇ, ਗੁਣਾ ਦਾ ਜ਼ਿਕਰ ਕਰਨਾ ਹੋਵੇ ਤੇ ਦੂਜੇ ਸਾਧੋ ਮਨ ਕਾ ਮਾਨਦੇ। ਜੇ ਕਿਸੇ ਨੂੰ ਕੁਝ ਸਮਝਾਣਾ ਵੀ ਹੈ ਤੇ ਸਾਧੂ ਕਹਿਣਾ, ਸੰਤ ਕਹਿਣਾ, ਕਰੋ ਬੇਨੰਤੀ ਸੁਣ ਮੇਰੇ ਮੀਤਾ ਮਿੱਤਰ ਕਹਿਣਾ। ਪਰ ਕਮਜ਼ੋਰੀਆਂ ਦਾ ਜਦ ਜ਼ਿਕਰ ਕਰਨਾ ਹੈ ਤਾਂ ਕਹੋ ਨਾਨਕ ਹਮ ਨੀਚ, ਹਮ ਦੇ ਅਰਥ ਖੁਦ ਹੋਤਾ, ਹਮ ਨੀਚ ਕਰਮ। ਆਪਣੇ ਤੇ ਲੈ ਲੈਂਦੇ ਨੇ, ਦੂਜੇ ਜਿਹਨੂੰ ਆਖੀਏ ਕਹੋ ਨਾਨਕ ਤੁਮ ਨੀਚ ਕਰਮ, ਇੰਜ ਨਹੀਂ, ਕਹੋ ਨਾਨਕ ਹਮ ਨੀਚ ਕਰਮ। ਇਹ ਗੁਰੂ ਘਰ ਦੀ ਬਹੁਤ ਵੱਡੀ ਖੂਬੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਹੰਕਾਰ ਦੀ ਰੂਪ ਰੇਖਾ ਬਿਆਨ ਕਰਦੇ ਨੇ, ਹੇ ਪ੍ਰਭੂ, ਇਹ ਜਿਹੜੀ ਮੇਰੀ ਹੋਂਦ ਹੈ, ਇਹਦੇ 'ਚ ਕੋਈ ਤੇਰੀ ਕਾਰੀਗਰੀ ਹੈ, ਤੇਰੀ ਸਿਆਣਪ ਹੈ, ਪਰ ਇਹਦੇ 'ਚ ਕੋਈ ਸਾਡੀ ਸਿਆਣਪ ਵੀ ਹੈ, ਸਾਡੀ ਕਾਰੀਗਰੀ ਵੀ ਹੈ, ਨਿਰਾ ਤੇਰਾ ਨਹੀਂ। ਇਹਦੇ 'ਚ ਕੋਈ ਤੇਰੀ ਬਣਤਰ ਪਈ ਕੰਮ ਕਰਦੀ ਹੈ, ਇਹਦੇ 'ਚ ਕੋਈ ਸਾਡੀ ਬਣਤਰ ਵੀ ਕੰਮ ਕਰਦੀ ਪਈ ਹੈ, ਨਿਰਾ ਤੂੰ ਨਹੀਂ ਹੈ। ਤਾਂ ਹੁਣ ਇਸ ਨੂੰ ਦੱਸੋ, ਤੁਹਾਡੀ ਕਿਹੜੀ ਹੈ ਤੇ ਪ੍ਰਭੂ ਦੀ ਕਿਹੜੀ ਹੈ? ਪ੍ਰਭੂ ਇਹ ਆਖੇ ਚਲੋ ਦੱਸ ਇਹਦੇ 'ਚ ਤੁਹਾਡੀ ਕੀ ਹੈ? ਤੋ ਸਤਿਗੁਰ ਜਿਸ ਢੰਗ ਨਾਲ ਇਹ ਬੋਲ ਉਚਾਰਨ ਕਰਦੇ ਨੇ, ਧਿਆਨ ਨਾਲ ਸੁਣਨਾ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਹੈ, ਇਹ ਨੈਣ ਨਕਸ਼ ਤੂੰ ਬਣਾਏ ਨੇ ਤੇਰੇ ਨੇ, ਇਹਦੇ 'ਚ ਪ੍ਰਾਣਾਂ ਦੀ ਹਰਕਤ ਤੇਰੀ ਹੈ, ਇਹਦੇ 'ਚ ਦਿਲ ਦੀ ਧੜਕਣ ਤੇਰੀ ਹੈ। ਮੈਂ ਨਹੀਂ ਚਲਾ ਰਿਹਾ ਦਿਲ ਨੂੰ, ਤੂੰ ਚਲਾ ਰਿਹਾ, ਮੈਂ ਨਹੀਂ ਚਲਾ ਰਿਹਾ ਸਵਾਸਾਂ ਨੂੰ, ਤੂੰ ਚਲਾ ਰਿਹਾ, ਮੈਂ ਨਹੀਂ ਚਲਾ ਰਿਹਾ ਖੂਨ ਨੂੰ, ਤੂੰ ਚਲਾ ਰਿਹਾ, ਮੈਂ ਖੁਦ ਨਹੀਂ ਚੁਣੇ ਆਪਣੇ ਨੈਣ ਨਕਸ਼, ਇਹ ਤੂੰ ਬਣਾਏ ਨੇ, ਇਹ ਤੇ ਸਭ ਤੇਰੇ ਨੇ। ਇਹ ਰੂਪ, ਇਹ ਰੰਗ ਤੇਰਾ, ਇਹਦੇ 'ਚ ਪ੍ਰਾਣਾਂ ਦੀ ਹਰਕਤ ਤੇਰੀ ਹੈ, ਇਹਦੇ 'ਚ ਜੀਵਨ ਚੇਤਨਾ ਤੇਰੀ ਹੈ, ਪਰ ਪ੍ਰਭੂ ਇਹਦੇ 'ਚ ਕੁਛ ਮੇਰਾ ਵੀ ਹੈ, ਨਿਰਾ ਤੇਰਾ ਨਹੀਂ। ਹੁਣ ਰੂਪ ਤੇਰਾ, ਰੰਗ ਤੇਰਾ, ਨੈਣ ਨਕਸ਼ ਤੇਰੇ, ਪ੍ਰਾਣਾਂ ਦੀ ਹਰਕਤ ਤੇਰੀ, ਜੋਤ ਤੇਰੀ, ਪਰ ਇੱਥੇ ਹੁਣ ਤਰਕ ਖੜੀ ਹੋਵੇਗੀ, ਫਿਰ ਰਹਿ ਕੀ ਗਿਆ? ਆਪਣਾ ਕੀ ਰਹਿ ਗਿਆ ਇਹਦੇ 'ਚ? ਮਹਾਰਾਜ ਕਹਿੰਦੇ ਨੇ, ਹੈ ਬੜੇ ਧਿਆਨ ਨਾਲ ਸੁਣਨਾ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਹੰਕਾਰ ਤੇ ਮੇਰਾ ਭਾਵੇਂ ਤੇਰੀ ਹੋਵੇ, ਆਪਾਂ ਮੋਹਰ ਆਪਣੀ ਲਾਈ ਹੋਈ ਹੈ। ਮੇਰਾ ਰੂਪ ਹੈ, ਮੇਰਾ ਰੰਗ ਹੈ, ਮੇਰੇ ਨੈਣ ਨਕਸ਼ ਨੇ, ਮੇਰਾ ਦਿਲ ਹੈ, ਮੇਰਾ ਦਿਮਾਗ ਹੋਵੇ ਪਿਆ ਤੇਰਾ, ਆਪਾਂ ਮੋਹਰ ਆਪਣੀ ਲਾਈ ਹੋਈ ਹੈ। ਬਸ ਇਹ ਮੋਹਰ ਸਾਡੀ ਹੈ, ਬਾਕੀ ਤੇ ਕੁਛ ਨਹੀਂ। ਤੇਰੀ ਇਹ ਸ਼ਕਲ ਸੂਰਤ ਤੇਰੀ ਹੈ, ਇਹ ਨੈਣ ਨਕਸ਼ ਤੂੰ ਬਣਾਏ ਨੇ ਤੇਰੇ ਨੇ, ਇਹਦੇ 'ਚ ਪ੍ਰਾਣਾਂ ਦੀ ਹਰਕਤ ਤੇਰੀ ਹੈ, ਇਹਦੇ 'ਚ ਦਿਲ ਦੀ ਧੜਕਣ ਤੇਰੀ ਹੈ। ਮੈਂ ਨਹੀਂ ਚਲਾ ਰਿਹਾ ਦਿਲ ਨੂੰ, ਤੂੰ ਚਲਾ ਰਿਹਾ, ਮੈਂ ਨਹੀਂ ਚਲਾ ਰਿਹਾ ਸਵਾਸਾਂ ਨੂੰ, ਤੂੰ ਚਲਾ ਰਿਹਾ, ਮੈਂ ਨਹੀਂ ਚਲਾ ਰਿਹਾ ਖੂਨ ਨੂੰ, ਤੂੰ ਚਲਾ ਰਿਹਾ, ਮੈਂ ਖੁਦ ਨਹੀਂ ਚੁਣੇ ਆਪਣੇ ਨੈਣ ਨਕਸ਼, ਇਹ ਤੂੰ ਬਣਾਏ ਨੇ, ਇਹ ਤੇ ਸਭ ਤੇਰੇ ਨੇ। ਇਹ ਰੂਪ, ਇਹ ਰੰਗ ਤੇਰਾ, ਇਹਦੇ 'ਚ ਪ੍ਰਾਣਾਂ ਦੀ ਹਰਕਤ ਤੇਰੀ ਹੈ,
ਇਹਦੇ 'ਚ ਜੀਵਨ ਚੇਤਨਾ ਤੇਰੀ ਹੈ, ਪਰ ਪ੍ਰਭੂ ਇਹਦੇ 'ਚ ਕੁਛ ਮੇਰਾ ਵੀ ਹੈ, ਨਿਰਾ ਤੇਰਾ ਨਹੀਂ। ਹੁਣ ਰੂਪ ਤੇਰਾ, ਰੰਗ ਤੇਰਾ, ਨੈਣ ਨਕਸ਼ ਤੇਰੇ, ਪ੍ਰਾਣਾਂ ਦੀ ਹਰਕਤ ਤੇਰੀ, ਜੋਤ ਤੇਰੀ, ਪਰ ਇੱਥੇ ਹੁਣ ਤਰਕ ਖੜੀ ਹੋਵੇਗੀ, ਫਿਰ ਰਹਿ ਕੀ ਗਿਆ? ਆਪਣਾ ਕੀ ਰਹਿ ਗਿਆ ਇਹਦੇ 'ਚ? ਮਹਾਰਾਜ ਕਹਿੰਦੇ ਨੇ ਹੈ, ਬੜੇ ਧਿਆਨ ਨਾਲ ਸੁਣਨਾ, ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਹੰਕਾਰ ਤੇ ਮੇਰਾ ਭਾਵੇਂ ਤੇਰੀ ਹੋਵੇ, ਆਪਾਂ ਮੋਹਰ ਆਪਣੀ ਲਾਈ ਹੋਈ ਹੈ। ਮੇਰਾ ਰੂਪ ਹੈ, ਮੇਰਾ ਰੰਗ ਹੈ, ਮੇਰੇ ਨੈਣ ਨਕਸ਼ ਨੇ, ਮੇਰਾ ਦਿਲ ਹੈ, ਮੇਰਾ ਦਿਮਾਗ ਹੋਵੇ ਪਿਆ ਤੇਰਾ, ਆਪਾਂ ਮੋਹਰ ਆਪਣੀ ਲਾਈ ਹੋਈ ਹੈ। ਬਸ ਇਹ ਮੋਹਰ ਸਾਡੀ ਹੈ, ਬਾਕੀ ਤੇ ਕੁਛ ਨਹੀਂ, ਬਸ ਇਹ ਮੋਹਰ ਲਾਈ ਹੈ। ਬੜੇ ਕੀਮਤੀ ਬੋਲ ਨੇ ਪਹਿਲੇ ਪਾਤਸ਼ਾਹ ਦੇ, ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਇੱਕ ਪਰਮ ਪੁਰਖ ਵਕਤ ਦੇ ਅਵਤਾਰੀ ਪੂਰਨ ਸੰਤ ਦੇ ਬੋਲ, ਪਰ ਮੈਂ ਹੁਣ ਉਸ ਸ਼ਾਇਰ ਦੇ ਬੋਲ ਰੱਖਾਂ ਜੋ ਕਦੀ ਕਦੀ ਰਿਸ਼ੀ ਦੇ ਰੂਪ ਵਿੱਚ ਆਉਂਦੇ ਨੇ, ਜਦ ਬਦਲਾਂ 'ਚ ਕਿਧਰੇ ਬਿਜਲੀ ਚਮਕਦੀ। ਉਹਨਾਂ ਵਿੱਚ ਡਾਕਟਰ ਮੁਹੰਮਦ ਇਕਬਾਲ, ਉਹਨੇ ਖੁਦਾ ਤੇ ਇਨਸਾਨ ਦੀ ਗੋਸ਼ਟੀ ਲਿਖੀ ਹੈ, ਸੰਵਾਦ ਲਿਖਿਆ ਹੈ। ਖੁਦਾ ਨੇ ਇਨਸਾਨ ਨੂੰ ਆਖਿਆ, ਜਹਾਂ ਰਾਜ਼ ਯਕ ਆਬ ਗਿਲ ਆਫਰੀਦਮ, ਤੂੰ ਈਰਾਨ ਤਾਤਾਰ ਜ਼ੰਗ ਆਫਰੀਦੀ। ਐ ਮਨੁੱਖ, ਮੈਂ ਇੱਕੋ ਤਰ੍ਹਾਂ ਦਾ ਸੰਸਾਰ ਬਣਾਇਆ, ਪਵਨ ਬਣਾਈ, ਸੂਰਜ ਬਣਾਇਆ, ਧਰਤੀ ਬਣਾਈ, ਪਹਾੜ ਬਣਾਏ, ਪਰ ਕਮਬਖਤ ਤੂੰ ਇੱਕ ਨਹੀਂ ਰਹਿਣ ਦਿੱਤਾ। ਕਿਧਰੇ ਈਰਾਨ ਬਣਾ ਛੱਡਿਆ, ਕਿਧਰੇ ਤਾਤਾਰ ਬਣਾ ਛੱਡਿਆ, ਕਿਧਰੇ ਈਰਾਨ, ਕਿਧਰੇ ਅਫਗਾਨਿਸਤਾਨ, ਕਿਧਰੇ ਤਾਤਾਰ। ਉਹਨਾਂ ਦਿਨਾਂ 'ਚ ਖਾਨਾ ਜੰਗੀ ਬਹੁਤ ਹੋ ਰਹੀ ਸੀ, ਇਹਨਾਂ ਮੁਲਕਾਂ 'ਚ ਬਹੁਤ ਖੂਨ ਖਰਾਬਾ ਹੋ ਰਿਹਾ ਸੀ। ਉਹਨਾਂ ਦਿਨਾਂ 'ਚ ਇਸ ਨੇ ਨਜ਼ਮ ਲਿਖੀ ਸੀ, ਜਹਾਂ ਰਾਜ਼ੋ ਯਕ ਆਬੋ ਗਿਲ ਆਫਰੀਦ। ਗਿਲ ਮਿੱਟੀ ਨੂੰ ਕਹਿੰਦੇ ਨੇ, ਆਪ ਨੂੰ ਤਾਂ ਜ਼ਰੂਰ ਪਤਾ ਹੈ। ਮੈਂ ਸਾਰੇ ਹੀ ਮਨੁੱਖ ਮਿੱਟੀ ਤੋਂ ਬਣਾਏ, ਪਾਣੀ ਤੋਂ ਬਣਾਏ, ਹਵਾ ਤੋਂ ਬਣਾਏ, ਪੰਜ ਤੱਤਾਂ ਤੋਂ ਬਣਾਏ। ਸਾਰਾ ਸੰਸਾਰ ਪੰਜ ਤੱਤਾਂ ਦਾ ਬਣਾਇਆ, ਸਭ ਕੁਝ ਇਕਸਾਰ ਬਣਾਇਆ, ਪਰ ਤੂੰ ਕਿਧਰੇ ਈਰਾਨ ਬਣਾ ਛੱਡਿਆ, ਕਿਧਰੇ ਤਾਤਾਰ ਬਣਾ ਛੱਡਿਆ, ਵੰਡੀਆਂ ਹੀ ਪਾ ਛੱਡੀਆਂ। ਮਨੁੱਖ ਨੇ ਸਭ ਕੁਝ ਵੰਡਿਆ, ਜ਼ਮੀਨ ਵੰਡੀ ਏ, ਪਹਾੜ ਵੰਡੇ ਨੇ, ਦਰਿਆ ਵੰਡੇ ਨੇ, ਸਾਗਰਾਂ ਦੀ ਹਦੂਦਬੰਦੀ ਵੀ ਕੀਤੀ ਏ। ਕੋਈ ਮੁਲਕ ਦੂਜੇ ਮੁਲਕ ਦੇ ਆਸਮਾਨ ਦੀ ਵੀ ਖਿਲਾਫ ਵਰਜ਼ੀ ਨਹੀਂ ਕਰ ਸਕਦਾ। ਹਾਂ, ਮਨੁੱਖ ਨੇ ਅਜੇ ਤੱਕ ਸੂਰਜ ਨਹੀਂ ਵੰਡਿਆ। ਰੱਬ ਨੇ ਇਤਨਾ ਉੱਚਾ ਬਣਾਇਆ ਤੇ ਮਨੁੱਖ ਦੀ ਪਹੁੰਚ ਤੋਂ ਪਰੇ ਬਣਾਇਆ। ਪਰ ਮੈਂ ਇਤਨੀ ਅਰਜ਼ ਕਰਾਂ, ਜੇ ਕਿਧਰੇ ਮਨੁੱਖ ਦੀ ਪਹੁੰਚ ਹੋ ਜਾਂਦੀ ਨਾ, ਤੇ ਜਿਵੇਂ ਚੰਦਰਮਾ ਤੇ ਅਮਰੀਕਾ ਝੰਡਾ ਲਹਿਰਾ ਕੇ ਆਇਆ, ਉਹਨੇ ਸੂਰਜ ਤੇ ਵੀ ਲਹਿਰਾਣਾ ਸੀ। ਆਪਣਾ ਹੀ ਹੈ ਸੂਰਜ, ਹੋਰ ਕਿਸੇ ਦਾ ਨਹੀਂ। ਜ਼ਮੀਨ ਵੰਡਣੀ, ਆਸਮਾਨ ਵੰਡਣਾ, ਗ੍ਰਹਿ ਨਛੱਤਰ ਤਾਰੇ ਵੰਡਣੇ, ਦਰਿਆ ਵੰਡਣੇ, ਪਹਾੜ ਵੰਡਣੇ। ਫਿਰ ਬੰਦਾ ਇਸ ਤੇ ਨਹੀਂ ਰੁਕਦਾ, ਬੰਦਾ ਫਿਰ ਬੰਦਿਆਂ ਨੂੰ ਵੀ ਵੰਡਦਾ। ਇਹ ਆਪਣੇ ਨੇ, ਆਪਣੇ ਨਹੀਂ ਨੇ। ਇਹ ਸਾਡੀ ਪਾਰਟੀ ਦੇ ਨੇ, ਸਾਡੀ ਪਾਰਟੀ ਦੇ ਨਹੀਂ ਨੇ। ਇਹ ਸਾਡੀ ਬਿਰਾਦਰੀ ਦੇ ਨੇ, ਸਾਡੀ ਬਿਰਾਦਰੀ ਦੇ ਨਹੀਂ ਨੇ। ਇਹ ਸਾਡੀ ਜ਼ਾਤ ਦੇ ਨੇ, ਇਹ ਸਾਡੀ ਜ਼ਾਤ ਦੇ ਨਹੀਂ ਨੇ। ਤੇ ਜਦ ਬੰਦਿਆਂ ਨੂੰ ਵੰਡਣਾ ਹੈ ਤਾਂ ਫਿਰ ਕੋਸ਼ਿਸ਼ ਕਰਨੀ ਹੈ, ਫਿਰ ਪ੍ਰਮਾਤਮਾ ਨੂੰ ਵੀ ਵੰਡਣਾ ਹੈ। ਮੈਨੂੰ ਇੱਕ ਜਗ੍ਹਾ ਇੱਕ ਸੱਜਣ ਨੇ ਕਹਿ ਦਿੱਤਾ ਸੀ, ਗਿਆਨੀ ਜੀ, ਸਾਡਾ ਖੁਦਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਜ਼ਿਆਦਾ ਮੈਂ ਖੁਲਾਸਾ ਨਾ ਕਰਾਂ, ਤੁਹਾਡਾ ਖੁਦਾ ਕੁਛ ਵੀ ਨਹੀਂ ਹੈ। ਮੈਂ ਕਿਹਾ ਖੁਦਾ ਵੀ ਤੁਹਾਡਾ ਸਾਡਾ ਹੁੰਦਾ ਹੈ। ਮਨੁੱਖ ਦੀ ਸਮਝ, ਤੇ ਜੇ ਮਨੁੱਖ ਆਪਣੀ ਸੋਚ ਦੇ ਮੁਤਾਬਕ ਐਸਾ ਸਮਝ ਸਕਦਾ ਮੈਂ ਖੁਦਾ ਵੰਡ ਸਕਦਾ, ਤਾਂ ਇਬਾਦਤ ਗਾਹਾਂ ਵੀ ਵੰਡੀਆਂ ਜਾ ਸਕਦੀਆਂ ਨੇ। ਮੈਂ ਕਈ ਮੁਲਕਾਂ 'ਚ ਦੇਖੇ ਨੇ ਗੁਰਦੁਆਰੇ ਵੰਡੇ ਹੋਏ ਨੇ ਬਿਰਾਦਰੀ ਦੇ ਨਾਂ ਤੇ।
ਇਹ ਸਾਡਾ, ਇਹ ਸਾਡਾ ਨਹੀਂ। ਮਨ ਰਾਜ ਯਕ ਫੌਲਾਦੇ ਨਾਬਾ ਫਰੀਦਮ, ਤੂੰ ਸ਼ਮਸ਼ੀਰ ਤੀਰੋ ਤੂੰ ਫੰਗ ਆਫਰੀਦ। मैं लोहा बनाया, तू कोई वक्त जरूरत दी चीज बना ले, पर तू ते तलवार बना ली, बंदूक बना ली, तोप बना ली, गोलियां बना ली। ये की कीता तू, है की कीता तू। मैं सोने सोने पंछी बनाए, गीत अलाप दे चह चहांदे हुए, पर तू इन्हां नूं पिंजरियां दे च डक के रख दिता है। बहुत सारे देशों थानू पंछी बड़े खूबसूरत पिंजरियां च मिलणगे, शिकार खेडते हैं, मारते भी ने। कफस साखती तायर नगमा जनजा, बड़े सुंदर नगमे अलाप करने वाले तायर, ये परिंदे, ये चिड़ियां, तू इन्हां लई कफस पिंजरे बना ले। ये तो की कीता, तबर आफरीदी निहाले चमनरा, कफस साखती तायर नगमा जनरा। ये तो की कीता, तू मेरी देन नूं रूप गलत दिता है, तू मेरी बनतर नूं विगाड़िया। डॉक्टर मुहम्मद इकबाल कहते बंदा भी रब दे सामने होया, बई खुदाया बहुतियां लंबियां चौड़ियां गल्लां ना कर, जे तू कुछ बनाया तो आपां भी कुछ बनाया है। जे तू करता है तो आपां भी करते हैं, जे तू कुछ बनाया है तो मान पिया करना है, आपां भी बहुत कुछ बनाया है। खुदा ते इंसान की गोष्ठी लिखदा है, तो खुदा ने आके दस फिर तू की बनाया, तू की बनाया। मनुख बोलिया तू शब आफरीदी चराग आफरीदम, तू हनेरी रात बनाई मसिया दी, मैं जलदे हुए दीवे बनाए, तेरी रात दा हनेरा रहने ही नहीं देता। मैं बनाए, तू आसमान तो दीवे सुटे ना, मैं बनाए ना। ये जगमगांदे दीपक चाहे किसे रूप दे, मैं बनाए। तू शब आफरीदी चराग आफरीदम, सफाल आफरीदी अयाग आफरीदम। तू तो मिट्टी बनाई, देख मैं प्याले बनाए, सुराइयां बनाइया, सोने सोने भांडे बनाए, तू आसमान तो सुटे ने, मैं बनाए ने। मेरी सियाणप है, ये सुराइयां मैं बनाइया, ये प्याले मैं बनाए, ये भांडे मैं बनाए ने, ये मेरी सियाणप है, और इन्हां सारियां दे उत्ते मेरी सियाणप दी मोहर है। अगां चल के कहंदा है, बयाबानो गुलजारो बागा फरीदम, खयाबानो कोसारो रागा फरीद। तू उच्चे नीचे पहाड़ बनाए, मैं उन्हां दे खयाबान रस्ते बनाए, तू बनाए ने। तू तो कख नहीं बनाया, उच्चे नीवें पहाड़ बनाए, लगना भी औखा, आप रस्ता सड़कां बनाईयां ना, पहाड़ां दे सड़कां बनाईयां। तू बंजर जमीनां बनाईयां, मैं लै लहांदे चमन बनाए ने, बाग बगीचे बनाए ने। ये बगीचे, ये फलदार फुलदार बगीचे बाग, ये मेरी सियाणप, ये मेरी मेहनत है, तेरी नहीं। मन आनम के असंग आईना साजम, मन आनम के अजहरे नौशीना साजम। ये मेरी हस्ती है ते मेरी सियाणप है, जिन्हें जमीन नू पहाड़ां नू खोद के पत्थर कढ़िया ते पत्थर दे चों शीशा कढ़िया, सुंदर आईना बनाया है। तू बनाए ने, मैं बनाया। तू मेरे विच कमजोरी रहन दिती, ऐ मेरी अखां सारियां दा मुखड़ा वेख सकदियां, अपना ही नहीं देख सकदी, ऐनी कमजोरी तू मेरे च रखी।
ਇਹ ਦੋ ਅੱਖਾਂ ਸੂਰਜ ਚੰਨ ਤਾਰਿਆਂ ਨੂੰ ਦੇਖ ਸਕਦੀਆਂ, ਸਾਰੇ ਸੰਸਾਰ ਨੂੰ ਦੇਖ ਸਕਦੀਆਂ, ਆਪਣਾ ਹੀ ਮੂੰਹ ਨਹੀਂ ਦੇਖ ਸਕਦੀਆਂ। ਤੋ ਦੇਖ ਖੁਦਾਇਆ, ਆਪਾਂ ਤੇਰੀ ਦਿੱਤੀ ਹੋਈ ਕਮਜ਼ੋਰੀ ਨੂੰ ਰਹਿਣ ਨਹੀਂ ਦਿੱਤਾ। ਆਪਾਂ ਪੱਥਰ ਕੱਢਿਆ, ਉਹਦੇ ਚੋਂ ਸ਼ੀਸ਼ਾ ਕੱਢਿਆ, ਸੁੰਦਰ ਸ਼ੀਸ਼ਾ ਦਰਪਣ ਬਣਾਇਆ, ਉਹਦੇ ਚ ਆਪਣਾ ਮੂੰਹ ਵੇਖ ਲਿਆ। ਹੁਣ ਤੂੰ ਕਰਦਾ ਰਹਿ ਗੱਲਾਂ ਜੋ ਕੁਝ ਕਰਨੀਆਂ। ਆਪਾਂ ਆਪਣਾ ਮੁਖੜਾ ਵੇਖ ਲਿਆ, ਤੇਰੀ ਕਮਜ਼ੋਰੀ ਰਹਿਣ ਨਹੀਂ ਦਿੱਤੀ। ਮਨ ਆਨਮ ਕੇ ਅਜ਼ ਜ਼ਹਿਰੇ ਨੌਸ਼ੀਨਾਏ ਸਾਜ਼ਮ, ਤੂੰ ਤੇ ਸੰਖੀਆ ਬਣਾਇਆ ਸੀ, ਜ਼ਹਿਰ ਬਣਾਈ ਸੀ। ਇਹ ਦੇਖ ਸਾਡੀ ਸਿਆਣਪ, ਅਸੀਂ ਉਹਨੂੰ ਮਾਰ ਕੇ ਕੁਸ਼ਤਾ ਬਣਾ ਦਿੱਤਾ, ਦਵਾਈ ਬਣਾ ਦਿੱਤੀ। ਸ਼ਾਇਦ ਆਪ ਨੂੰ ਪਤਾ ਹੋਵੇ ਬਹੁਤ ਸਾਰੇ ਕੁਸ਼ਤਿਆਂ 'ਚ ਸੰਖਿਆ ਪੈਂਦਾ ਹੈ। ਜ਼ਹਿਰ ਦੇ ਵੀ ਅੱਜ ਇੰਜੈਕਸ਼ਨ ਬਣਦੇ, ਜ਼ਹਿਰ ਵੀ ਬਹੁਤ ਸਾਰੀਆਂ ਔਸ਼ਧੀਆਂ ਦੇ ਸ਼ਾਮਲ ਹੁੰਦੀ ਹੈ ਔਰ ਬਹੁਤ ਸਾਰੇ ਰੋਗਾਂ ਨੂੰ ਨਿਵਰਤ ਕਰਨ ਦਾ ਸਾਧਨ ਬਣਦੀ ਹੈ। ਮਨੁੱਖ ਕਹਿੰਦਾ ਹੈ ਪ੍ਰਭੂ ਤੂੰ ਤੇ ਬਣਾਇਆ ਸੰਖਿਆ ਜ਼ਹਿਰ, ਦੇਖ ਸਾਡੀ ਸਿਆਣਪ, ਆਪਾਂ ਕੁਸ਼ਤਾ ਬਣਾ ਦਿੱਤਾ। ਉਹਨੂੰ ਜ਼ਹਿਰ ਨਹੀਂ ਰਹਿਣ ਦਿੱਤਾ। ਇਹਨੂੰ ਡਾਕਟਰ ਮੁਹੰਮਦ ਇਕਬਾਲ ਆਪਣੀ ਉਰਦੂ ਦੀ ਨਜ਼ਮ ਦੇ ਚ ਵੀ ਕਹਿੰਦਾ ਹੈ, ਜੋ ਜ਼ਹਿਰ ਹਲਾਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਤੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਜ਼ਹਿਰ ਵੀ ਅੰਮ੍ਰਿਤ ਹੈ। ਜੇ ਜ਼ਹਿਰ ਨੂੰ ਕੁਸ਼ਤਾ ਬਣਾਉਣ ਦਾ ਢੰਗ ਆਇਆ, ਦੇਖ ਖੁਦਾ ਤੂੰ ਨਿਰਾ ਕਰਤੇ ਪਣ ਦਾ ਮਾਣ ਨਾ ਕਰ, ਆਪਾਂ ਵੀ ਕੁਛ ਕੀਤਾ। ਤੂੰ ਰਾਤ ਬਣਾਈ, ਆਪਾਂ ਦੀਵਾ ਬਣਾਇਆ। ਤੂੰ ਮਿੱਟੀ ਬਣਾਈ, ਆਪਾਂ ਪਿਆਲੇ ਬਣਾਏ। ਤੂੰ ਬਿਆਬਾਨ ਜੰਗਲ ਬਣਾਏ, ਅਸੀਂ ਲਹਿ ਲਹਾਂਦੇ ਚਮਨ ਬਣਾਏ। ਤੂੰ ਉੱਚੇ ਨੀਵੇਂ ਪਹਾੜ ਬਣਾਏ, ਅਸੀਂ ਉਹਨਾਂ ਦੇ ਚ ਵੀ ਰਸਤੇ ਬਣਾ ਦਿੱਤੇ। ਤੂੰ ਨਿਰਾ ਪੱਥਰ ਬਣਾਇਆ, ਅਸੀਂ ਉਹਦੇ ਚੋਂ ਸ਼ੀਸ਼ਾ ਕੱਢ ਕੇ ਬੜੇ ਸੋਹਣੇ ਸੋਹਣੇ ਦਰਪਣ ਬਣਾਏ ਨੇ। ਤੂੰ ਸੰਖੀਆ ਬਣਾਇਆ, ਅਸੀਂ ਉਸ ਨੂੰ ਵੀ ਕੁਸ਼ਤਾ ਬਣਾ ਦਿੱਤਾ। ਸਾਡੀ ਸਿਆਣਪ ਵੀ ਤੇ ਦੇਖ। ਇਕਬਾਲ ਨੇ ਉਸ ਲੰਬੀ ਚੌੜੀ ਨਜ਼ਮ ਦੇ ਚ ਅੱਗੇ ਲਿਖਿਆ, ਖੁਦਾ ਬੋਲਿਆ ਵੀ ਬੰਦੇ ਗੱਲ ਸੁਣ, ਜੇ ਮੈਂ ਰਾਤ ਨਾ ਬਣਾਉਂਦਾ ਤੂੰ ਦੀਵਾ ਕਿੱਥੋਂ ਬਣਾਉਣਾ ਸੀ? ਜੇ ਮੈਂ ਮਿੱਟੀ ਨਾ ਬਣਾਉਂਦਾ ਤੂੰ ਪਿਆਲੇ ਕਿੱਥੋਂ ਬਣਾਣੇ ਸਨ? ਜੇ ਮੈਂ ਬੰਜਰ ਜ਼ਮੀਨਾਂ ਹੀ ਨਾ ਬਣਾਉਂਦਾ ਤੂੰ ਲੈ ਲਹਾਂਦੇ ਚਮਨ ਕਿੱਥੇ ਬਣਾਣੇ ਸਨ? ਤੇ ਜੇ ਮੈਂ ਪਹਾੜ ਹੀ ਨਾ ਬਣਾਉਂਦਾ ਤੂੰ ਰਸਤੇ ਕਿੱਥੇ ਬਣਾਣੇ ਸਨ? ਤੇ ਜੇ ਮੈਂ ਪੱਥਰ ਹੀ ਨਾ ਬਣਾਉਂਦਾ ਤੇ ਤੂੰ ਸ਼ੀਸ਼ਾ ਕਿੱਥੋਂ ਬਣਾਉਣਾ ਸੀ? ਤੇ ਜੇ ਮੈਂ ਸੰਖੀਆ ਹੀ ਨਾ ਬਣਾਉਂਦਾ ਤੂੰ ਕੁਸ਼ਤਾ ਕਿੱਥੋਂ ਬਣਾਉਣਾ ਸੀ? ਤੇ ਜੇ ਮੈਂ ਤੈਨੂੰ ਹੀ ਨਾ ਬਣਾਉਂਦਾ ਤੂੰ ਇਤਨੀਆਂ ਗੱਲਾਂ ਕਿੱਥੋਂ ਕਰਨੀਆਂ ਸਨ? ਤੂੰ ਮੇਰੀ ਕ੍ਰਿਤ ਹੈ, ਕਰਤਾ ਨਹੀਂ ਹੈ। ਤੇਰਾ ਦਿਮਾਗ ਵੀ ਮੇਰੀ ਕ੍ਰਿਤ, ਤੇਰਾ ਦਿਲ ਵੀ ਮੇਰੀ ਕ੍ਰਿਤ, ਤੇਰੇ ਹੱਥ ਵੀ ਮੇਰੀ ਕ੍ਰਿਤ, ਤੇਰੇ ਪੈਰ ਵੀ ਮੇਰੀ ਕ੍ਰਿਤ, ਤੇਰਾ ਖੂਨ ਵੀ ਮੇਰੀ ਕ੍ਰਿਤ ਹੈ, ਤੇਰੇ ਦਿਲ ਦੀ ਧੜਕਣ ਵੀ ਮੇਰੀ ਕ੍ਰਿਤ ਹੈ, ਤੇਰੀ ਅੱਖਾਂ ਦੀ ਜੋਤ ਵੀ ਮੇਰੀ ਕ੍ਰਿਤ ਹੈ, ਤੇਰੀ ਕੰਨਾਂ ਦੀ ਸਰੋਤ ਵੀ ਮੇਰੀ ਕ੍ਰਿਤ ਹੈ। ਕਰਤੇਪਣ ਦੀ ਛਾਪ ਤੇਰੇ ਤੇ ਕਿਸੇ ਚੀਜ਼ ਤੇ ਨਹੀਂ ਹੈ। ਬੰਦਾ ਕਹਿੰਦਾ ਨਾ ਸਹੀ, ਆਪਾਂ ਮੋਹਰ ਤੇ ਆਪਣੀ ਲਾਈ ਹੋਈ ਹੈ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਅਸੀਂ ਹਉਮੈ ਤੇ ਕਰ ਸਕਦੇ, ਹੰਕਾਰ ਤੇ ਕਰ ਸਕਦੇ। ਆਪਦੀ ਗਿਆਤ ਲਈ ਅਰਜ਼ ਕਰਾਂ, ਮਨੁੱਖ ਕੋਲ ਕੋਈ ਵੀ ਗੁਣ ਹੋਵੇ, ਉਹ ਗੁਣ ਵੀ ਮਨੁੱਖ ਦਾ ਨਹੀਂ ਹੈ, ਪ੍ਰਭੂ ਦੀ ਦੇਣ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਚੋਟੀ ਦਾ ਸੰਗੀਤਕਾਰ ਹੈ, ਇਹ ਕਲਾ ਵੀ ਪ੍ਰਭੂ ਦੀ ਦੇਣ ਹੈ, ਕਿਉਂਕਿ ਸਰਬ ਕਲਾ ਦਾ ਗਿਆਨੀ ਉਹ ਹੈ। ਕਲਾ ਉਦੋਂ ਦੁਖਦਾਈ ਹੋ ਜਾਂਦੀ ਹੈ, ਕਲਾ ਉਦੋਂ ਘਾਤਕ ਹੋ ਜਾਂਦੀ ਹੈ ਜਦ ਕਲਾ ਨਾਲ ਹੰਕਾਰ ਜੁੜ ਜਾਏ। ਕਲਾ ਉਦੋਂ ਸਰਬ ਕਲਾ ਦੇ ਗਿਆਤੇ ਨਾਲ ਜੋੜ ਦਿੰਦੀ ਹੈ ਜਦ ਕਲਾ ਦੇ ਨਾਲ ਨਿਰੰਕਾਰ ਦਾ ਸਿਮਰਨ ਜੁੜ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਲਾ ਕਿਸੇ ਤਰ੍ਹਾਂ ਦੀ ਵੀ, ਚਿੱਤਰ ਕਲਾ, ਨਿਰਤ ਕਲਾ, ਸੰਗੀਤ ਕਲਾ, ਕਾਵੇ ਕਲਾ, ਕੋਈ ਵੀ ਕਲਾ ਹੈ, ਇਹਨੂੰ ਕਲਾ ਕਹਿੰਦੇ ਨੇ। ਜਿਹਦੇ ਕੋਲ ਕਲਾ ਹੋਵੇ ਉਹਨੂੰ ਫਿਰ ਕਲਾਕਾਰ ਕਹਿੰਦੇ ਨੇ।
ਕਵੀ ਨੂੰ ਕਲਾਕਾਰ ਕਹਿੰਦੇ ਨੇ, ਸੰਗੀਤਕਾਰ ਨੂੰ ਕਲਾਕਾਰ ਕਹਿੰਦੇ ਨੇ, ਚਿੱਤਰਕਾਰ ਨੂੰ ਕਲਾਕਾਰ ਕਹਿੰਦੇ ਨੇ, ਨਿਰਤਕਾਰ ਨੂੰ ਕਲਾਕਾਰ ਕਹਿੰਦੇ ਨੇ। ਕਲਾ ਕੋਈ ਵੀ ਮਨੁੱਖ ਦੇ ਅੰਦਰ ਹੈ, ਮਨੁੱਖ ਦੀ ਆਪਣੀ ਨਹੀਂ ਹੈ, ਉਹਦੀ ਦੇਣ ਹੈ। ਅਗਰ ਕੋਈ ਕਿਸੇ ਕਲਾ ਵਿੱਚ ਬੜਾ ਭਾਰੀ ਨਿਪੁੰਨ ਹੈ ਤੇ ਮਹਾਨ ਹੈ, ਉਸੇ ਕਲਾ ਦੇ ਆਸਰੇ ਤੇ ਉਸ ਮਹਾਨ ਕਲਾਕਾਰ ਨੂੰ ਯਾਦ ਕਰੇ, ਉਹ ਕਲਾ ਬੜੀ ਮਦਦ ਕਰੇਗੀ। ਪਰ ਅਕਸਰ ਕੀ ਹੁੰਦਾ ਹੈ, ਕਲਾ ਕਰਕੇ ਹੀ ਹੰਕਾਰ ਹੋ ਜਾਂਦਾ ਹੈ। ਚੋਟੀ ਦਾ ਸੰਗੀਤਕਾਰ ਹੰਕਾਰੀ, ਕਵੀ ਹੰਕਾਰੀ, ਦਾਰਸ਼ਨਿਕ ਹੰਕਾਰੀ, ਫਿਲਾਸਫਰ ਹੰਕਾਰੀ, ਚਿੱਤਰਕਾਰ ਹੰਕਾਰੀ ਹੋ ਜਾਂਦੇ ਨੇ, ਨਿਰਤਕਾਰ ਹੰਕਾਰੀ ਹੋ ਜਾਂਦੇ ਨੇ। ਕਲਾਕਾਰ ਚੋਟੀ ਦਾ ਹੋਵੇ, ਗੁਣਵਾਨ ਹੋਵੇ ਤੇ ਹੰਕਾਰੀ ਨਾ ਹੋਵੇ, ਐਸਾ ਹੁੰਦਾ ਹੀ ਨਹੀਂ। ਜਦ ਕਿ ਗੁਣ ਵੀ ਮਨੁੱਖ ਦਾ ਆਪਣਾ ਨਹੀਂ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਦੇ ਆਸਰੇ ਤੇ ਨਿਰੰਕਾਰ ਦੀ ਯਾਤਰਾ ਕੀਤੀ ਜਾ ਸਕਦੀ ਹੈ, ਗੁਣਾਂ ਦੇ ਆਸਰੇ ਸੇ ਹੰਕਾਰ ਦੀ ਯਾਤਰਾ ਕੀਤੀ ਜਾ ਸਕਦੀ। ਗੁਣਾਂ ਦੇ ਆਸਰੇ ਤੇ ਮਨੁੱਖ ਆਪਣਾ ਹੰਕਾਰ ਵਧਾ ਸਕਦਾ ਹੈ, ਗੁਣਾਂ ਦੇ ਆਸਰੇ ਤੇ ਮਨੁੱਖ ਆਪਣੇ ਅੰਦਰ ਨਿਰੰਕਾਰ ਦੀ ਹੋਂਦ ਨੂੰ ਪ੍ਰਗਟ ਕਰ ਸਕਦਾ ਹੈ। ਗੁਣ ਦੋਵੇਂ ਕੰਮ ਕਰਨਗੇ। ਅਕਸਰ ਮਨੁੱਖ ਦਾ ਮੂਲ ਨਿਸ਼ਾਨਾ ਅਹੰਕਾਰ ਹੁੰਦਾ ਹੈ, ਨਿਰੰਕਾਰ ਨਹੀਂ। ਇਹ ਧਨ ਕਰਕੇ ਤੇ ਹੰਕਾਰ ਕਰਦਾ ਹੈ, ਜੋਬਨ ਕਰਕੇ ਤੇ ਹੰਕਾਰ ਕਰਦਾ ਹੈ, ਪ੍ਰਭਤਾ ਕਰਕੇ ਤੇ ਹੰਕਾਰ ਕਰਦਾ ਹੈ, ਗੁਣਾ ਕਰਕੇ ਵੀ ਹੰਕਾਰ ਕਰਦਾ ਹੈ। ਇਹ ਵੀ ਮਹਿਜ਼ ਕਰਦੇ ਹਾਂ। ਹੰਕਾਰ ਦਾ ਮਤਲਬ ਕਿ ਅਹੰ, ਮੈਂ ਹਾਂ, ਤੂੰ ਕੀ ਹੈ, ਤੂੰ ਕੁਝ ਵੀ ਨਹੀਂ, ਗੱਲ ਖਤਮ। ਇਸ ਵਾਸਤੇ ਹੰਕਾਰੀ ਦੂਸਰੇ ਨੂੰ ਬਰਦਾਸ਼ਤ ਨਹੀਂ ਕਰੇਗਾ, ਕਤਈ ਨਹੀਂ ਕਰੇਗਾ, ਦੂਸਰੇ ਨੂੰ ਬਰਾਬਰੀ ਨਹੀਂ ਦੇਗਾ, ਹੰਕਾਰੀ ਨਹੀਂ ਦੇਗਾ। ਕਿਉਂਕਿ ਬਰਾਬਰੀ ਦੇ ਜਾਏ तो फिर ਉੱਚਾ नहीं रह जाता, ਵੱਡਾ नहीं रह जाता। हंकार दी यात्रा ही है कि मैं हाँ, तू कुछ भी नहीं, तेरी होंद कुछ भी नहीं, मैं हाँ। तो जितने गुण वधणगे, जितना धन वधेगा, जितनी सियाणप वधेगी, जितनी पढ़ाई लिखाई वधेगी, उतना ही मनुख हंकारी होवेगा। बार बार मैं गुस्ताखी लई माफी मंग लवां, इस तरह का साजो समान जिस कोल मिले समझ लेना हंकारी है। छोटी दा धनवान है, हंकारी है। मैं ते अज तक यही देखे ना। छोटी दा गुणवान है, हंकारी है। छोटी दा कलाकार है, हंकारी है। बड़ा प्रबल हंकारी है। चाहे वो धार्मिक जगत दे च ने ते चाहे वो समाजिक राजनैतिक जगत दे च ने, कलाकार हंकारी होंदे ने, बड़े प्रबल हंकारी होंदे ने। हंकार गुणा दे आसरे ते कला दे आसरे ते यात्रा करता है। मैं फिर अर्ज करा, अवगुणा दा की हंकार किस तरह करोगे? कौन किस तरह करेगा? कर ही नहीं सकता। तो फिर मैं अर्ज करा, जितना गुणवान उतना हंकारी, जितना गुणवान उतनी हाँ मैं। रविदास इस वास्ते कहते हैं, हम बड़ कव कुलीन, हम पंडित, हम जोगी सन्यासी, ज्ञानी गुणी सूर हम दाते, ए बुध कवे ननासी। कह रविदास सबे नहीं समझस, भूल परे जैसे बौरे। पागल ने, ये सब पागल ने। निरंकार दी यात्रा किवें आरंभ होंदी है? ध्यान अंतर्मुखी होने वास्ते मैं कुछ भी नहीं, मैं कुछ भी नहीं ते प्रभु मेरे कोल कुछ भी नहीं, कुछ भी नहीं। इत्थों शुरू होंदी है। इहदे उत्ते मैं तुहानूं एक सवैया सरवण कराउण लगा, समा आउण लगा। भाई साहब भाई गुरदास जी दा हंकार दी यात्रा। मैं सब कुछ हाँ, मैं सब कुछ हाँ। मैं माड़ा मोटा कवि नहीं, बहुत वड्डा। मैं माड़ा मोटा ज्ञानी नहीं, बहुत वड्डा। मैं माड़ा मोटा दानी नहीं, बहुत वड्डा। मैं माड़ा मोटा धनवान नहीं, अरबां पति हाँ। बेशुमार मेरे कोल दौलत है। मैं माड़ा मोटा राजनीतिक नहीं, बड़ा भारी जो है प्रभुता है मेरे को।
ਜ਼ਬਾਨੋਂ ਨਾ ਆਖੇ, ਉਹਦਾ ਮਨ ਹਰ ਵਕਤ ਆਖਦਾ ਰਹਿੰਦਾ ਹੈ। ਕਿਸੇ ਪ੍ਰਕਾਰ ਦੀ ਪ੍ਰਭਤਾ ਹੋਵੇ, ਕਲਾ ਹੋਵੇ ਤੇ ਗੁਣ ਹੋਵੇ, ਹੰਕਾਰੀ ਨਾ ਹੋਵੇ, ਐਸਾ ਨਹੀਂ ਹੋ ਸਕਦਾ। ਇਹ ਸਭ ਕੁਝ ਦੀ ਯਾਤਰਾ ਹੀ ਹੰਕਾਰ ਦੀ ਯਾਤਰਾ ਹੈ। ਨਿਰੰਕਾਰ ਦੀ ਯਾਤਰਾ ਧਿਆਨ ਅੰਤਰਮੁਖੀ ਹੋਣ ਵਾਸਤੇ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਭਾਈ ਗੁਰਦਾਸ ਜੀ ਦਾ ਇੱਕ ਸਵਈਆ ਸਰਵਨ ਕਰਾਵਾਂ। ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਵਰੀ। ਇਹ ਪਹਿਲੀ ਪੰਕਤੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਮੇਰਾ ਰੂਪ ਵੀ ਕੋਈ ਐਸਾ ਨਹੀਂ ਜੋ ਕਾਬਲੇ ਦੀਦ ਹੋਵੇ ਤੇ ਇਸ ਤੇ ਮੈਂ ਮਾਣ ਕਰ ਸਕਾਂ। ਕਿਉਂਕਿ ਰੂਪ ਦਾ ਬੜਾ ਭਾਰੀ ਮਾਣ ਆਉਂਦਾ ਹੈ। ਇਹ ਵੀ ਮੈਂ ਅਰਜ਼ ਕਰਾਂ, ਖੂਬਸੂਰਤੀ ਦਾ ਬੜਾ ਭਾਰੀ ਮਾਣ ਆਉਂਦਾ ਹੈ। ਜਵਾਨ ਤੇ ਖੂਬਸੂਰਤ ਦੇ ਪੈਰ ਜ਼ਮੀਨ ਤੇ ਟਿਕਦੇ ਹੀ ਨਹੀਂ, ਬੜਾ ਆਕੜ ਕੇ ਤੇ ਟੇੜਾ ਚੱਲਦਾ। ਕਬੀਰ ਸਮਝਾਉਂਦੇ ਨੇ, ਚਲਤ ਕਤ ਟੇਡੇ ਟੇਡੇ, ਅਸਤ ਚਰਮ ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇੜੇ। ਕਿਉਂ ਇਤਨਾ ਆਕੜ ਕੇ ਚੱਲਦਾ? ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਇਹਦੇ ਉੱਤੇ ਇੱਕ ਛੰਦ ਲਿਖਿਆ ਬੜਾ ਕੀਮਤੀ। ਮੋਹ ਵਿਵੇਕ ਦੀ ਉਹ ਜੰਗ ਲਿਖ ਰਹੇ ਸਨ। ਪ੍ਰਬੋਧ ਚੰਦ ਨਾਟਕ ਦੇ ਵਿੱਚ ਇਸ ਤਰ੍ਹਾਂ ਕੁਝ ਲਿਖਿਆ ਹੈ। ਔਰ ਰੂਪ ਦੀ ਮਹਿਮਾ ਬਿਆਨ ਕਰ ਰਿਹਾ ਹੈ। ਕੌਣ? ਵਾਸ਼ਨਾ ਬਿਆਨ ਕਰ ਰਹੀ ਹੈ, ਕਾਮ ਬਿਆਨ ਕਰ ਰਿਹਾ। ਰੁਪੇ ਕਾਮੇ ਦੋਸਤੀ, ਗੁਰੂ ਨਾਨਕ। ਰੁਪੇ ਕਾਮੇ ਦੋਸਤੀ, ਭੁੱਖੇ ਸਾਦੇ ਗੰਢ। ਭੁੱਖ ਦਾ ਤੇ ਸਵਾਦ ਦਾ ਮੇਲ ਹੈ, ਕਾਮ ਦਾ ਤੇ ਰੂਪ ਦਾ ਮੇਲ ਹੈ। ਉਤਨੀ ਪਰਬਲ ਬਿਰਤੀ ਕਾਮ ਦੀ, ਜਿਤਨੀ ਪਰਬਲ ਸੁਹੱਪਣ ਤੇ ਰੂਪ। ਦੋ ਤਰ੍ਹਾਂ ਦੀ ਜੀਵਨ ਯਾਤਰਾ ਹੈ। ਇਹਦੇ 'ਚ ਇੱਕ ਦਾ ਮਨੁੱਖ ਚੁਣਾਵ ਕਰ ਸਕਦਾ ਹੈ। ਇੱਕ ਯਾਤਰਾ ਜਿਹਦਾ ਲਕਸ਼, ਜਿਹਦਾ ਨਿਸ਼ਾਨਾ ਹੁੰਦਾ ਹੈ ਅਹੰਕਾਰ। ਇੱਕ ਯਾਤਰਾ ਜਿਹਦਾ ਲਕਸ਼ ਘਰ ਹੁੰਦਾ ਹੈ ਨਿਰੰਕਾਰ। ਇਹ ਦੋਵੇਂ ਇਕੱਠੇ ਨਹੀਂ ਲਕਸ਼ ਸਾਹਮਣੇ ਰੱਖੇ ਜਾ ਸਕਦੇ। ਕਿਉਂ? ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ। ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ ਹੈ। ਹਉਮੈ ਨਾਮੈ ਨਾਲ ਵਿਰੋਧ ਹੈ। ਇਹ ਤੇ ਵਿਰੋਧ ਹੈ। ਇੱਕ ਬਾਹਰ ਦੀ ਯਾਤਰਾ, ਇੱਕ ਅੰਦਰ ਦੀ ਯਾਤਰਾ। ਮਨੁੱਖ ਉਤਨਾ ਵੱਡਾ ਸਮਝਿਆ ਜਾਂਦਾ ਹੈ ਜਿਤਨਾ ਇਹਦੇ ਕੋਲ ਬਾਹਰ ਵੱਡਾ ਸਾਜ਼ੋ ਸਮਾਨ ਹੋਵੇ। ਹੰਕਾਰ ਦੀ ਯਾਤਰਾ ਕੀ ਹੈ? ਅਹੰ, ਮੈਂ ਬਹੁਤ ਵੱਡਾ, ਮੈਂ ਬਹੁਤ ਵੱਡਾ, ਮੈਂ ਹਾਂ, ਮੈਂ ਹਾਂ। ਤੋ ਜੇ ਮੈਂ ਹਾਂ ਤੇ ਮੈਂ ਬਹੁਤ ਵੱਡਾ ਹਾਂ, ਤਾਂ ਮੇਰਾ ਕਾਰੋਬਾਰ ਬਹੁਤ ਵੱਡਾ ਹੋਵੇ ਤਾਂ ਮੈਂ ਬਹੁਤ ਵੱਡਾ। ਮੇਰੀ ਧਨ ਸੰਪਦਾ ਬਹੁਤ ਵੱਡੀ ਹੋਵੇ ਤਾਂ ਮੈਂ ਵੱਡਾ। ਮੇਰੇ ਕੋਲ ਸ਼ਕਤੀ ਸੰਪੰਨਤਾ ਬਹੁਤ ਜ਼ਿਆਦਾ ਹੋਵੇ ਤਾਂ ਮੈਂ ਵੱਡਾ। ਮੇਰੇ ਕੋਲ ਮਹਿਲ ਮਾੜੀਆਂ ਬਹੁਤ ਵੱਡੀਆਂ ਹੋਣ, ਉੱਚੀਆਂ ਹੋਣ ਤਾਂ ਮੈਂ ਉੱਚਾ। ਅਹੰਕਾਰ ਇਹਨੂੰ ਮੂਲ ਰੂਪ ਦੇ ਵਿੱਚ ਕਹਿੰਦੇ ਨੇ ਮੈਂ ਦੀ ਯਾਤਰਾ। ਨਿਰੰਕਾਰ ਇਹਨੂੰ ਮੂਲ ਰੂਪ ਦੇ ਵਿੱਚ ਕਹਿੰਦੇ ਨੇ ਤੂੰ ਦੀ ਯਾਤਰਾ। ਇੱਕ ਮੈਂ ਦੀ ਯਾਤਰਾ ਹੈ, ਇੱਕ ਤੂੰ ਦੀ ਯਾਤਰਾ ਹੈ। ਮੈਂ ਦੀ ਯਾਤਰਾ ਦੇ ਵਿੱਚ ਕੁਝ ਐਸਾ ਚਾਹੀਦਾ ਜੋ ਮੇਰਾ ਹੈ, ਨਹੀਂ ਤਾਂ ਮੈਂ ਕਿੱਥੇ। ਮੈਂ ਟਿਕਦਾ ਹੈ। ਆਪ ਸਾਰੇ ਸਿਆਣੇ ਬੜੇ ਧਿਆਨ ਨਾਲ ਸੁਣਨਾ। ਮੈਂ ਦੀ ਹੋਂਦ ਉਤਨੀ ਵੱਡੀ ਆਉਂਦੀ ਹੈ ਜਿਤਨਾ ਮੇਰਾ ਵੱਡਾ ਹੋਵੇ। ਮੇਰਾ ਹੀ ਕੁਛ ਨਹੀਂ ਤਾਂ ਮੈਂ ਕਿੱਥੇ। तो मेरा धन, मेरा तन, मेरा स्वपन, मेरी ताकत, मेरे गुण, मेरा परिवार, मेरियां महल माड़ियां, मेरा कारोबार, मेरी शक्ति,
जितना मेरा मेरा वध जाए उतना मैं वध जांदा है। जितना मेरा मेरा वध जाए उतना मैनू रस आउंदा है। ਉਹਨੂੰ ਹੰਕਾਰ ਦਾ ਰਸ ਕਹਿੰਦੇ ਨੇ। ਬੇਰਸੀ ਮਨੁੱਖ ਚਾਹੁੰਦਾ ਨਹੀਂ, ਹੰਕਾਰ ਦੇ ਚ ਵੀ ਰਸ ਹੈ। ਇੱਕ ਰਸ ਹੈ ਭਾਵੇਂ ਫਿੱਕਾ ਹੈ ਪਰ ਹੈ। ਜਦ ਲੋਕ ਬਾਰ-ਬਾਰ ਆਪਣੀ ਜ਼ੁਬਾਨ ਤੇ ਉਸ ਦਾ ਨਾਂ ਲੈਂਦੇ ਨੇ ਕਿਉਂ? ਧਨ ਬਹੁਤ ਜ਼ਿਆਦਾ ਹੈ, ਕਾਰੋਬਾਰ ਬਹੁਤ ਉੱਚਾ ਹੈ, ਵਪਾਰ ਬਹੁਤ ਉੱਚਾ ਹੈ, ਮਹਿਲ ਬਹੁਤ ਉੱਚਾ ਹੈ, ਸ਼ਕਤੀ ਬਹੁਤ ਉੱਚੀ ਹੈ, ਤਾਕਤ ਬਹੁਤ ਜ਼ਿਆਦਾ ਹੈ। ਇਹ ਮੇਰਾ, ਇਹ ਮੇਰਾ, ਇਹ ਮੇਰਾ, ਇਹ ਮੇਰਾ, ਇਹ ਮੇਰਾ। ਜਿਤਨਾ ਮੇਰਾ ਮੇਰਾ ਵੱਧ ਜਾਂਦਾ ਹੈ ਉਤਨਾ ਮੈਂ ਵੱਧ ਜਾਂਦਾ ਹੈ। ਨਿਰੰਕਾਰ ਦੀ ਯਾਤਰਾ ਹੈ, ਤੂੰ ਦੀ ਯਾਤਰਾ। ਮੇਰਾ ਮੁਝ में किछ नहीं, जो कुछ है सो तेरा 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 तेरा। ਇਹ ਤੂੰ ਦੀ ਯਾਤਰਾ ਹੈ। ਮੇਰਾ 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 ਇਹ ਮੈਂ ਦੀ ਯਾਤਰਾ। ਹੁਣ ਖਿਮਾ ਮੈਂ ਪਹਿਲੇ ਮੰਗ ਲਵਾਂ, ਕਰੋੜਾਂ ਵਿੱਚ ਕਿਧਰੇ ਇੱਕ ਅੱਧ ਮਨੁੱਖ ਦੀ ਤੂੰ ਦੀ ਯਾਤਰਾ ਆਉਂਦੀ ਹੈ, ਜਗਤ ਦੀ ਮੈਂ ਦੀ ਯਾਤਰਾ। ਕੋਈ ਕੀਰਤਨ ਦੇ ਆਸਰੇ ਤੇ ਵੀ ਮੈਂ ਦੀ ਯਾਤਰਾ ਕਰਦਾ ਹੈ, ਕੋਈ ਕਥਾ ਦੇ ਆਸਰੇ ਤੇ ਵੀ ਮੈਂ ਦੀ ਯਾਤਰਾ ਕਰਦਾ ਹੈ, ਕੋਈ ਪਾਠ ਪੂਜਾ ਤੇ ਸੇਵਾ ਦੇ ਆਸਰੇ ਤੇ ਵੀ ਮੈਂ ਦੀ ਯਾਤਰਾ ਕਰਦਾ। मैं सेवा करदा तो मैं करदा। कोई सेवा करके अपने मेरे नू वधा के मैं दी तरफ जा रहे, अपने मैं नू उच्चा कर रहे। जद कदी इस तरह की कथा चले, एक सज्जन मैनू भुलदा नहीं। सीसगंज साहब तो जो मैं कथा करके निकला, मशहूर सी इस गल दे च। हर एक नू कहंदा सी मैं थोड़े चरनां दी खाक, मैं थोड़े चरनां दी खाक। तो थोड़ी जी मेरे को तर्क बुद्धि कदी कदी वरत लैंदा मैं कि रोज मिलदा इहदा तकिया ही कलाम है। मैं थोड़े चरनां दी खाक, मैं थोड़े पैरां दी खाक। बहुत वड्डी गल है। उस्ताद ज़ौक कहंदे ने, कहंदा है कि मैंने खाक भर दी है उनके मुंह में, खाक सारी से जुबां खोलेंगे मुझ पर बद जुबां, क्या बदशुमारी से। मेरी की निंदा करोगे, मैनू किस तरह बंडोगे? क्यों? जुबां खोलेंगे मुझ पर बद जुबां। ये बद कलाम मनुख, ये बद जुबान मनुख मेरे नाल किस तरह बद जुबानी करनगे? जुबां खोलेंगे मुझ पर बद जुबां, क्या बदशुमारी से। कि मैंने खाक भर दी है उनके मुंह में खाक सारी से। मैं तो पहले ही उन्होंने खाक चरना दी खाक बन गया, हुण मैनू की वंडणगे? मैं तो पहले ही थले, आपां तो पहले ही हारे हुए, असीं तो पहले ही चरना दी खाक। बहुत वड्डी गल, बहुत वड्डी गल। वो कहा करदा सी हर एक, मैं थोड़े चरना दी खाक। मैनू जितनी दफा उसने मिलना, थोड़े चरना दी खाक। फिर मैं अंदाजा लाया तकिया कलाम है। एक कहना इसदा तकिया कलाम है, अंदरों नहीं निकलता। मैं कल फिर जरा देख दें। जो मिलिया मस्कीन जी, मैं थोड़े चरना दी खाक। मैं कहा मित्रा, मैं भी कई दिनों दे देखदा पिया, तू खाक तो बिना कुछ भी नहीं, ऐ ही खाक। ਉਹਦਾ चेहरा ही बिगड़ गया। ਉਹਦੇ चेहरे ते हवाइयां आन ते जान है, एक ही आखिया। दूजे दिन मैनू दूरों देख के एक पासे हो गया। मैं कहा मित्रा आवी, अज नहीं आखना। मैं कहा रोज तू आखदा सी बड़ी खुशी नाल, और मैं सुन लैंदा सी। एक दिन मैं आख्या तेरे को सुनना औखा हो गया। तू पैरां दी खाक नहीं, तू सिर दी खाक है। खे हुई तो क्या गया, जो उड़ उड़ लागे अंग,
अर्जन ऐसा चाहिए ज्यों पानी सरवंग। खे की तू पैरां दी खाक नहीं, अंग दी खाक है, सिर दी खाक है। कई दफा मनुख सेवा करदा है, बड़ी सेवा करदा है, और वाकई इंज लगदा जिवें संगतां दे चरनां दी खाक है। फिर संगत उहदी उपमा करन लग पैंदी है, ये महान सेवादार है, ये बड़ा ज्ञानी है, ये बड़ा दानी, ये बड़ा गुरमुख है। फिर ये चरनां दी खाक सिर ते आ जाती है, फिर सिर ते बैठ जाता है। ये एक हकीकत है, ये एक सच्चाई है। दो तरह की यात्रा है, मैं दी यात्रा, तू दी यात्रा। ते कल मैं अर्ज की सी, मैं दी यात्रा धार्मिक कर्मां दे आसरे ते भी की जा सकती, निरा कारोबार करके नहीं। हम बड़ कव कुलीन, हम पंडित, हम जोगी सन्यासी। ज्ञानी गुणी सूर हम दाते, बुध कवे ननासी। मैं दी यात्रा ज्ञान नाल हो सकती है। मेरा ज्ञान, मैं ज्ञानी, मैं दानी, मैं सूरमा, मैं कवि, मैं पंडित, मेरी कुल उच्ची। जितना मनुख मेरा मेरा करदा है, मैं उतना वड्डा हो जाता है। मनुख दी सारी भज दौड़ मैनू उच्चा करन दी है, मैनू वड्डा करन दी। ते मैं वड्डा तां हो सकदा है, मैं शक्तिशाली तां हो सकदा है जे मेरा कुछ हो गया। तो अहंकार दी यात्रा है, मैं दी मेरे दी, मैं मेरे दी यात्रा अहंकार दी है। ऐ मेरा, ऐ मेरा, ए मेरा, ए मेरा। जितना ज्यादा मेरा मेरा है, उतना मेरा मैं वड्डा हो गया। निरंकार दी यात्रा मेरे दी यात्रा नहीं है, तेरा 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 तेरा। कोई ਵਪਾਰ ਨਾਲ ਵੀ ਤੇਰੇ ਨੂੰ ਜੋੜ ਦੇਵੇ तो ਵਪਾਰ ਵੀ ਨਿਰੰਕਾਰ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਤਰ੍ਹਾਂ ਦੀ ਰੂਪ ਰੇਖਾ ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਪ੍ਰਗਟ ਕਰਕੇ ਦਿਖਾਈ। ਤੋਲ ਰਹੇ ਨੇ ਤਰਾਜ਼ੂ ਤਕੜੇ ਧੜੀ। ਤੁਹਾਨੂੰ ਤੇ ਜ਼ਰੂਰ ਪਤਾ ਹੋਵੇਗਾ 5 ਸੇਰ ਦੀ ਇੱਕ ਧੜੀ ਆਉਂਦੀ ਸੀ। ਨਾਪਣ ਦਾਣੇ ਨਾਪੇ ਜਾਂਦੇ ਸਨ ਪੜੋਪੀਆਂ ਦੇ ਚ, ਟੋਪੇ ਦੇ ਚ, ਪਾਈ ਦੇ ਚ। ਕੋ ਰਹੇ ਨਾ ਭਰੀਏ ਪਾਈਏ। ਮਹਾਰਾਜ ਨੇ ਉਹਨਾਂ ਪੁਰਾਣੇ ਪੈਮਾਨਿਆਂ ਦਾ ਜ਼ਿਕਰ ਕੀਤਾ। ਆਸਾ ਦੀਵਾਰ, ਪੜੋਪੀ, ਟੋਪਾ, ਪਾਈ। ਇਹ ਦਾਣਿਆਂ ਨੂੰ ਨਾਪਣ ਦੇ ਢੰਗ ਸਨ। ਤੋਲਣ ਵਾਸਤੇ ਹੁੰਦਾ ਸੀ ਛਟਾਕਾਂ, ਪਾਈਆ, ਸੇਰ, ਪੰਜਸੇਰੀ, ਫਿਰ ਮਣ। ਇਹ ਹੁੰਦੇ ਸਨ। ਪੰਜਸੇਰੀ ਦਾ ਵੱਟਾ ਇੱਕ ਪਾਸੇ ਪਾਇਆ, ਦਾਣੇ ਤੋਲ ਕੇ ਦੇ ਰਹੇ ਨੇ। ਨਵਾਬ ਦੀ ਜੋ ਫੌਜ ਸੀ ਉਹਨੂੰ ਤੋਲ ਕੇ ਦੇਣੇ ਸਨ। ਗ੍ਰਾਹਕ ਜਿਹੜੇ ਸਨ ਉਹਨਾਂ ਨੂੰ ਤੋਲ ਕੇ ਦੇਣਾ ਸੀ ਮੋਦੀ ਖਾਨਾ ਨਵਾਬ ਦਾ। ਗਿਣਦੇ ਨੇ ਸਤਿਗੁਰ 1 2 3। ਦੇਂਦਿਆਂ ਦੇਂਦਿਆਂ ਜਦ 10 ਤੋਂ ਅੱਗੇ ਲੰਘੇ, 10 11 12 13 ਆਖਦੇ ਹੀ ਸਮਾਧੀ ਲੀਨ ਹੋ ਗਏ। ਤੇਰੇ ਨੇ ਅੱਗੇ ਨਹੀਂ ਜਾਣ ਦਿੱਤਾ। ਕੋਈ ਗਿਣਤੀ ਵੀ ਕਰੇ ਤੇ ਰੱਬ ਨਾਲ ਜੁੜ ਜਾਂਦਾ ਹੈ। ਕੋਈ ਰੱਬ ਦਾ ਨਾਂ ਲੈਂਦਾ ਤੇ ਗਿਣਤੀ ਕਰਦਾ ਰਹਿੰਦਾ। ਕੁਛ ਨਹੀਂ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ, ਮੈਂ ਇੰਨੀ ਮਾਲਾ ਫੇਰੀ। ਤੂੰ ਗਿਣਤੀ ਕਰਦਾ ਪਿਆ। ਕੋਈ ਤੇ ਗਿਣਤੀ ਕਰਦਾ ਹੈ, ਤੇਰਾ ਆਖਦਾ ਤੇਰੇ ਨਾਲ ਜੁੜ ਜਾਂਦਾ ਹੈ। ਕੋਈ ਪਾਠ ਪੂਜਾ ਕਰਦਾ ਤੇ ਗਿਣਤੀਆਂ 'ਚ ਹੀ ਪਿਆ ਰਹਿੰਦਾ। ਮੈਂ ਇੰਨੇ ਪਾਠ ਕੀਤੇ, ਮੈਂ ਇੰਨੀਆਂ ਮਾਲਾਂ ਫੇਰੀਆਂ, ਗਿਣਤੀ ਕਰਦੇ। ਔਰ ਗਿਣਤੀ ਦਾ ਫਿਰ ਭੋਗ ਪਵਾਉਣਗੇ, ਅਰਦਾਸ ਕਰਵਾਉਣਗੇ। 100 ਪਾਠ ਜਪਜੀ ਸਾਹਿਬ ਦੇ ਕੀਤੇ ਨੇ, ਅਰਦਾਸ ਕਰੋ। ਸੁਣਾਉਂਦਾ ਫਿਰੇਗਾ ਅੱਜ ਮੈਂ 2 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਹੁਣ ਮੈਂ ਥੋੜਾ ਜਿਹਾ ਆਪਣੀ ਜ਼ਬਾਨ ਨੂੰ ਕੰਟਰੋਲ 'ਚ ਰੱਖਦਾ। ਇੱਕ ਸੱਜਣ ਨੇ ਇਸ ਤਰ੍ਹਾਂ ਮੈਨੂੰ ਕਿਹਾ, ਮੈਂ 2 ਸੁਖਮਨੀ ਸਾਹਿਬ ਦੇ ਪਾਠ ਕਰਦਾ, ਰੋਜ਼ ਕਰਦਾ। ਇੱਕ ਦਿਨ ਜਦ ਆਖਿਆ ਸ਼ਾਮ ਦੇ 4 ਵਜੇ, ਗਿਆਨੀ ਜੀ
ਦੂਜਾ ਪਾਠ ਪੂਰਾ ਹੋ ਗਿਆ, ਆਪਾਂ 2 ਪਾਠ ਰੋਜ਼ ਕਰਦੇ ਹਾਂ। ਮੈਂ ਕਿਹਾ ਚਿਹਰੇ ਤੇ ਇੱਕ ਪੰਕਤੀ ਦੀ ਝਲਕ ਵੀ ਕੋਈ ਨਹੀਂ। ਕੀ ਹੋਇਆ ਜੇ 2 ਕਰਦਾ? ਅਜੇ ਤੂੰ 2 ਦੀ ਗਿਣਤੀ ਦੇ ਚ ਪਿਆ। ਅਜੇ ਸੁਖਮਨੀ ਸਾਹਿਬ ਨਾਲ ਨਹੀਂ ਜੁੜਿਆ, ਜੇ ਤੂੰ 2 ਨਾਲ ਜੁੜਿਆ, ਗਿਣਤੀ ਨਾਲ ਜੁੜਿਆ। ਕੋਈ ਗਿਣਤੀ ਕਰਦਾ ਹੈ ਤੇ ਪ੍ਰਭੂ ਨਾਲ ਜੁੜ ਜਾਂਦਾ। ਤੇਰਾ ਹਿੰਸਾ ਹੈ, ਗਿਣਤੀ ਹੈ, ਪਰ ਤੇਰਾ ਕਿ ਤੇਰੇ ਨਾਲ ਜੁੜਦਾ ਹੈ। ਤੇ ਕੋਈ ਪਾਠ ਕਰਦਿਆਂ ਹੋਇਆਂ ਵੀ ਗਿਣਤੀਆਂ 'ਚ ਹੀ ਪਿਆ ਰਹਿੰਦਾ, ਮਾਲਾ ਫੇਰਦਿਆਂ ਵੀ ਗਿਣਤੀਆਂ 'ਚ ਹੀ ਪਿਆ ਰਹਿੰਦਾ। ਇੱਕ ਅਹੰਕਾਰ ਦੀ ਯਾਤਰਾ ਹੈ, ਮੈਂ ਦੀ ਯਾਤਰਾ ਹੈ। ਤੇ ਮੈਂ ਤਾਂ ਮਜ਼ਬੂਤ ਹੋ ਸਕਦਾ ਹੈ ਮੇਰਾ ਕੁਛ ਹੋਵੇ। ਮੇਰਾ ਹੀ ਕੁਛ ਨਹੀਂ ਤਾਂ ਮੈਂ ਕਿੱਥੇ? ਆਪ ਸਾਰੇ ਸਿਆਣੇ ਜ਼ਰੂਰ ਪਕੜਦੇ ਚਾਹੀ ਹੋਵੇਗੀ ਗੱਲ। ਮੇਰਾ ਹੀ ਕੁਛ ਨਹੀਂ ਤਾਂ ਮੈਂ ਕਿੱਥੇ? तो मैं, मेरा और मेरा मनुख कई चीज़ां नाल जोड़ सकदा। मेरी ज़ात, तेरी ज़ात की है? कुछ नहीं, मेरी ज़ात बहुत उच्च। तेरी बिरादरी की है? कुछ भी नहीं, मेरी बिरादरी वड्डी। तेरी भाषा की है? कुछ भी नहीं, मेरी भाषा बहुत वड्डी। भाषा करके भी हंकार वध जांदा है। ਹੁਣ जैसे इंग्लिश भाषा सारे संसार दी हो गई, तो जिन्हां दी ਇਹ ਜਮਾਂਦਰੂ ਹੈ और जिस देश ਦੇ ਨਾਲ ਸੰਬੰਧਿਤ ਹੈ, ਉਹਨਾਂ ਦਾ भाषा करके भी ਹੰਕਾਰ ਹੋ ਸਕਦਾ। ਕਿਉਂਕਿ ਇੱਥੋਂ ਦਾ ਇੱਕ ਸੱਜਣ ਮੇਰੇ ਨਾਲ ਚੱਲਦਾ ਰਿਹਾ, ਅੱਜ ਕੱਲ੍ਹ ਵੀ ਚੱਲਦਾ, ਭਾਰਤ ਆਉਂਦਾ, ਉਹ ਭਾਸ਼ਾ ਦਾ ਮਾਣ ਕਰਦਾ। ਕਈ ਦਫਾ ਮੈਨੂੰ ਕਹਿੰਦਾ ਸਾਡੀ ਲੈਂਗੁਏਜ ਸਾਰੀ ਦੁਨੀਆ ਚੱਲਦੀ ਹੈ, ਔਰ ਮੈਨੂੰ ਕਹਿ ਦਿੰਦਾ ਕਈ ਦਫਾ, ਮਸਕੀਨ ਜੀ ਤੁਸੀਂ ਉਹ ਲੈਂਗੁਏਜ ਜਾਣਦੇ ਹੋ ਜੋ ਸਿਰਫ ਇੱਕ ਦੇਸ਼ ਸਮਝਦਾ ਹੈ, ਭਾਰਤ ਸਮਝਦਾ ਹੈ, ਭਾਰਤੀ ਲੋਕ ਸਮਝਦੇ ਨੇ। ਸਾਡੀ ਲੈਂਗੁਏਜ ਸਾਰੀ ਦੁਨੀਆ ਸਮਝਦੀ ਹੈ, ਹਾਲਾਂਕਿ ਅਧੂਰੀ ਹੈ। ਇਹ ਵੀ ਮੈਂ ਅਰਜ਼ ਕਰਦਾ, ਇਹਦੇ 'ਚ ਅਲਫਾਜ਼ ਪੂਰੇ ਨਹੀਂ ਨੇ। ਕਈ ਦਫਾ ਇੱਕ ਆਵਾਜ਼ ਪੈਦਾ ਕਰਨ ਵਾਸਤੇ 2 ਅੱਖਰਾਂ ਨੂੰ ਜੋੜਨਾ ਪੈਂਦਾ। ਦੁਨੀਆ ਦੇ ਵਿੱਚ ਲਿਪੀ ਭਾਸ਼ਾ ਅਗਰ ਮੁਕੰਮਲ ਹੈ, ਜਿਸ ਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ, ਗੁਰਮੁਖੀ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਤੋਂ ਪਹਿਲੇ ਦੀ। ਗੋਪਾਲ ਪਾਂਦਾ ਗੁਰੂ ਨਾਨਕ ਦੀ ਤਖਤੀ ਤੇ ਊੜਾ ਲਿਖਦਾ, ਇਹਦਾ ਮਤਲਬ ਊੜਾ ਪਹਿਲੇ ਸੀ। ਤੇ ਗੁਰੂ ਨਾਨਕ ਨੂੰ ਕਹਿੰਦਾ ਪੜੋ ਊੜਾ, ਇਹ ਊੜਾ ਹੈ, ਔਰ ਲਿਖੋ ਊੜਾ। ਸਤਿਗੁਰ ਕਹਿੰਦੇ ਨੇ ਊੜੇ ਦੇ ਅਰਥ। ਗੋਪਾਲ ਕਹਿੰਦਾ ਇੱਕ ਅੱਖਰ ਦੇ ਅਰਥ ਨਹੀਂ ਆਉਂਦੇ, 2-4 ਅੱਖਰ ਮਿਲ ਕੇ ਜਦ ਪੂਰਾ ਸ਼ਬਦ ਬਣਦੇ ਨੇ ਫਿਰ ਅਰਥ ਹੁੰਦੇ ਨੇ। तो ये ऊड़ा बेमैनी है, एक अक्षर बेमैनी है, हाँ बेमैनी है। तो सतगुरु खड़े हो गए, फिर बेमैनी अक्षर मैं नहीं पढ़ना, नहीं पढ़ना। जिन्हां अखरां दा कोई मैं नहीं, आखिर संकेतक अर्थ ते हो सकते ने। संकेतक अर्थ एक अखर तो ही कोई बहुत वड्डा संकेत लेना, जिवें यूके कह देने तो यूनाइटेड किंगडम, सारा यूनाइटेड शब्द नहीं वरते, यू कह दे, इनू संकेतक अर्थ कहते। एक अखर दे कई अखरां दे जोड़ नाल जिहड़ा शब्द बनता है उन्होंने बयान करना। यूनाइटेड स्टेट अमेरिका बड़ा लंबा बन जाता, USA। इस तरह असी बहुत कुछ दे नाल जोड़े हुए, हिंदी दे भी जोड़े, भारतीय जनता पार्टी BJP ऐना ही कह देंगे। इनू कहते संकेतक अर्थ। एक अखर किहड़े पासे दा संकेत करता है, इस तरह की बाणी भी गुरु ग्रंथ साहिब दे है। गौड़ी मल्ला पंजवा 52 अखरी, गौड़ी श्री कबीर जी 52 अखरी। आसा मल्ला पहला पट्टी लिखी, आसा मल्ला तीजा पट्टी लिखी। पहले पातशाह, तीजे पातशाह और 5वें पातशाह ते भगत कबीर ने संकेतक अर्थ एक एक अखर दे राही दिते। जैसे चलो मैं उदाहरण दिया, मां अखर तो, मम्मे तो। भगत कबीर कहते मम्मा मन स्यों काज है,
मन सा दे सिद्ध होए, मन ही मन स्यों कहे कबीरा, मन सा मिलिया ना कोय। कहते ने मम्मे तो मैं ये प्रेरणा लैनी, मां तो मैं ये प्रेरणा, मम्मे अखर तो मैं की प्रेरणा लेने, धर्म दी साधना मन दी साधना, साडा ते मन नाल फन। मम्मा मन स्यों काज है, मन सा दे सिद्ध होए, मन ही मन स्यों कहे कबीरा, मन सा मिलिया ना कोय। मन जैसा रूह है जमीन दे कोई भी नहीं, कबीर कहते हैं। क्यों? एहो मन शक्ति, एहो मन सीहो, एहो मन पंच तत् को जीहो। मन भगवान नु मने तो मन ही भगवान हो जाता है, मन शैतान नु मने तो मन ही शैतान हो जाता है। गुरुमुख मनमुख कौन होंदा है? मन दे। जो गुरु दी तरफ चल जाए गुरुमुख, जो अपने मन दी तरफ चले है मनमुख। मन जिसनों मनदा है वो है, मन जिसनों नहीं मनदा नहीं है, नहीं है। कई दफा मनुख कहंदा की करा, पढ़िया ते है पर मन नहीं मनदा, सुनिया ते है मन नहीं मनदा, तो मन नहीं मनदा तो नहीं है। ओ भोजन दी बुरकी, ओदा असर, ओदा किणका मातर भी मेरे शरीर दे च नहीं है, जो मैं खाधी नहीं, जो मैं खाधी नहीं, वो किवें मेरा खून बनेगी, वो किवें मेरा मांस बनेगी, वो किवें मेरी चर्बी बनेगी। उस भोजन दी बुरकी दा अंश मेरे शरीर दे च नहीं, जो मैं खादा ही नहीं, वो मेरे मन दे च नहीं, जो मैं मनिया ही नहीं है। होवेगा परमात्मा जर्रे जर्रे चौ